सतनाम वाहिगुरु साहिब जियो। सूही महला चौथा। हर पहलड़ी लाव प्रवृत्ति कर्म दिरड़ाया बलराम जियो। हर पहलड़ी लाव प्रवृत्ति कर्म दिरड़ाया बलराम जियो। वाणी ब्रह्मा वेद धर्म दृढ़ो पाप तजाया बलराम जियो। धर्म दृढ़ो हर नाम तिहावो सिमृत नाम दृढ़ाया। सतगुर गुर पूरा आराधो सब किलविक पाप गवाया। सहज आनंद हुआ वड भागी मन हर हर मीठा लाया। जन कहे नानक लाम पहली आरंभ काज रचाया। सहज आनंद हुआ वड भागी मन हर हर मीठा लाया। जन कहे नानक लाव पहली आरंभ काज रचाया। वाहिगुरु जी का खालसा वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी गुरुदेव पातशाह जी दी अपर अपार बख्शिश। प्रभात समय असी सत्संगत करन दा ये पावन समा प्राप्त किया है। आप गुरुदरबार सत्संगी बन के सुभायमान हो सुशोभित हो रहे हो अहोभागी हो। समा गुरबाणी व्याख्यान दा है जिस विच सूही राग चल रहा है। छंतां दी विचार हो रही है। गुरु रामदास पातशाह द्वारा उच्चारण किए गए छंत असी विचारते हाँ। जो बचन आपने सरवण किया है एक सिख रहोरीत नूं थोड़ा जिहा भी नेड़ेों जानन वाला शख्स उहदे वास्ते इस चीज़ इस बाणी की पहचान कोई किसी किस्म की एक्सट्रा वाकफियत देने वास्ते लोड़ नहीं है क्योंकि उन्होंने पता है किहड़ी रचना है। लावां दा पाठ असी कहने इनू आनंद कारज की मर्यादा नूं निभाउण लगे हाँ। जिहड़ी रचना सेंट्रल रोल अदा करती है ये वो रचना है। इस बाबत बड़े विस्तार च बड़ा कुछ किया जा सकता है। एक मैं एक दो बेनतियां भी करांगा कि देखो गुरु साहब ने जिहड़ी सानू रहोरीत दिती रहनी रहत दिती जिस मर्यादा दे विच बज के सिख दे जीवन नूं अध्यात्मी तल दे उत्ते चंगेरे गुण अपने आप आके नवाजदे ने उस सारा इस बाणी दे विचों निकल के आउंदा है। तो इहदे बाबत जिस अज दे माहौल विच भी देखिए हालांकि मैं किसी गलों भी जिहड़ा हैगा इस गल तो मुनकर नहीं होवांगा कि सानू
ਬਹੁਤਾ ਗੁਰਬਾਣੀ ਬਾਰੇ, ਗੁਰਬਾਣੀ ਦੇ ਭਾਵ ਬਾਰੇ ਐਜ਼ ਏ ਸੁਸਾਇਟੀ ਵੱਡੇ ਲੈਵਲ ਤੇ ਐਜ਼ ਏ ਹੋਲ ਸਿੱਖ ਸਮਾਜ ਜਾਂ ਹੋਲ ਸਿੱਖ ਸੁਸਾਇਟੀ ਸਾਡੀ ਸਮਝ ਨਾ ਸਮਝ ਹੋ ਗਈ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਜੇ ਮੈਂ ਬਾਣੀ 'ਚੋਂ ਹੀ ਬਚਨ ਪੜ੍ਹਾਂ ਤੇ ਬਾਣੀ ਕਹਿੰਦੀ ਏ ਕਿ ਅੰਨੇ ਵਸ ਮਾਣਕ ਪਿਆ ਉਹ ਘਰ ਘਰ ਵੇਚਣ ਜਾਏ, ਉਹਨਾਂ ਪਰਖ ਨਾ ਆਵਈ ਅੱਡ ਨਾ ਪੱਲੇ ਪਾਏ। ਅੰਨੇ ਦੇ ਹੱਥ ਜਵਾਹਰਾਤ ਆ ਗਿਆ ਤੇ ਉਹ ਕੀ ਕਰ ਰਿਹਾ ਹੈ? ਉਹ ਗਾਹਕ ਲੱਭ ਰਿਹਾ ਹੈ, ਉਹ ਵੇਚ ਰਿਹਾ ਹੈ। ਨਾ ਅੰਨੇ ਨੂੰ ਪਤਾ ਹੈ ਇਹਦੀ ਕੀਮਤ ਕੀ ਹੈ, ਨਾ ਉਹਦੇ ਖਰੀਦਦਾਰ ਨੂੰ ਪਤਾ ਹੈ। ਅੰਨੇ ਬਸ ਮਾਣਕ ਪਿਆ ਘਰ ਘਰ ਵੇਚਣ ਜਾਏ, ਉਹਨਾਂ ਪਰਖ ਨਾ ਆਵਈ, ਉਹਨਾਂ ਨੂੰ ਪਰਖ ਕੋਈ ਨਹੀਂ, ਅੱਡ ਨਾ ਪੱਲੇ ਪਾਏ। ਇੱਕ ਅੱਧੀ ਕੌਡੀ ਮੁੱਲ ਨਹੀਂਗਾ ਉਹਦਾ। ਮਤਲਬ ਇਹ ਹਾਲਤ ਹੈ। ਮਾਣਕ ਤੇ ਬੇਸ਼ਕੀਮਤੀ ਹੈ, ਪਰ ਮੁਸ਼ਕਲ ਇਹ ਹੈ ਕਿ ਜਦੋਂ ਬੰਦੇ ਨੇ ਮੱਤ ਨੂੰ ਆਪਣੀ ਨੂੰ ਜਿਹੜਾ ਹੈਗਾ ਕਿਸੇ ਲੈਵਲ ਤੇ ਉਹਨੂੰ ਹਵਾ ਹੀ ਨਹੀਂ ਲੱਗਣ ਦੇਣੀ, ਉਸ ਚੀਜ਼ ਵਿੱਚੋਂ ਉਹ ਲਾਹਾ ਖੱਟਣਾ ਹੀ ਨਹੀਂ ਹੈਗਾ, ਤੇ ਫਿਰ ਡੈਫੀਨੇਟਲੀ ਰਹੇ ਐਸਾ ਆਲਮੀ ਗਿਆਨ। ਮਗਰ ਇਹਦੇ ਨਾਲ ਹੋਰ ਰੰਗ ਵੀ ਦੇਖੋ। ਤੁਸੀਂ ਵਿਵਾਹ ਦੇ ਸਮਾਗਮ ਨੂੰ ਵਿਟਨੈਸ ਕਰੋ। ਜੇ ਥੋੜੀ ਜੀ ਸਾਡੇ 'ਚ ਸ਼ਰਧਾ ਹੋਏ, ਆਸਥਾ ਹੋਏ, ਭਾਵਨਾ ਹੋਏ, ਗੁਰੂ ਦੇ ਉਸ ਰੁਤਬੇ ਨੂੰ ਅਸੀਂ ਅਹਿਸਾਸ ਵਿੱਚ ਰੱਖੀਏ, ਤੇ ਕਿਆ ਉਮਦਾ ਕਿਸਮ ਦੇ ਸਾਡੇ ਜਿਹੜੇ ਨੇ ਇਹ ਸਾਰੇ ਕਸਟਮਸ ਹੋਣਗੇ, ਸਾਡੀਆਂ ਇਹ ਸਾਰੇ ਫੈਮਿਲੀ ਫੰਕਸ਼ਨਸ ਹੋਣਗੇ। ਬੰਦਾ ਗੁਰ ਦਰਬਾਰ ਆਵੇ, ਕਿਸੇ ਅਦਬ ਵਿੱਚ ਸਤਕਾਰ ਵਿੱਚ ਆ ਕੇ ਬੈਠੇ, ਸੋਚੇ ਮੇਰਾ ਗੁਰੂ ਮੈਨੂੰ ਬਾਣੀ ਦਾ ਉਪਦੇਸ਼ ਦੇ ਕੇ ਨਵਾਜ਼ ਰਿਹਾ ਹੈ। ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ, ਸਿੱਖ ਜੀ ਕਿਉਂ ਇਸ ਗੱਲ ਤੋਂ ਤੂੰ ਮੁਨਕਰ ਹੋ ਰਿਹਾ ਹੈ? ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਤੂੰ ਆਪਣਾ ਕੰਨ ਤੇ ਮਨ ਨਾਲ ਲੈ ਕੇ ਆ। ਤੂੰ ਜਦੋਂ ਗੁਰੂ ਦੇ ਹਜ਼ੂਰ ਆਉਣਾ ਹੈ ਤੇ ਗੁਰੂ ਕੋਲੋਂ ਲੈਣਾ ਕੀ ਹੈ? ਉਪਦੇਸ਼। ਉਪਦੇਸ਼ ਹੈ ਬਾਣੀ ਦੇ ਰੂਪ ਵਿੱਚ, ਬਚਨ ਦੇ ਰੂਪ ਦੇ ਵਿੱਚ। ਅਸੀਂ ਕਹਾਂਗੇ ਭਾਈ ਪੜ੍ਹ ਰਿਹਾ, ਰਾਗੀ ਗਾ ਰਹੇ ਨੇ, ਲੋਕੀ ਇਹੀ ਠੱਠਾ ਕਰ ਰਹੇ ਨੇ। ਮੈਂ ਮਾਫੀ ਮੰਗਾਂਗਾ, ਮੈਂ ਦੇਖਦਾ ਦੀਵਾਨ ਹਾਲ 'ਚ ਕੀ ਹਾਲ ਹੁੰਦਾ ਹੈਗਾ, ਮਤਲਬ ਅਜੀਬ ਹਾਲਤ ਆ। ਮਤਲਬ ਇਹ ਜਿਹੜਾ ਹੈਗਾ ਰੀਸੈਂਟਲੀ ਬਹੁਤ ਇਸ ਕਿਸਮ ਦਾ ਟ੍ਰੈਂਡ ਦੇਖਿਆ ਮੈਂ। ਪਹਿਲਾਂ ਕੁਛ ਭਾਵ ਸੀਗਾ, ਤੇ ਉਹਦੇ 'ਚ ਆਪ ਦੇਖੋ ਲੱਗਦਾ ਹੈਗਾ ਕਿ ਇਹ ਕੋਈ ਰਾਗੀ ਗਾ ਰਿਹਾ ਹੈ, ਕੋਈ ਪਾਠੀ ਪੜ੍ਹ ਰਿਹਾ ਹੈ, ਕੋਈ ਨਹੀਂ 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 ਨਹੀਂ। ਬਾਣੀ ਕਹਿੰਦੀ ਹੈ ਨਾ, ਇਹੀ ਤੇ ਸਭ ਤੋਂ ਵੱਡੀ ਸਾਡੇ ਵਾਸਤੇ ਸਾਡੀ ਨਾ ਸਮਝੀ ਹੈ। ਸਰ ਜ਼ਿਕਰ ਕਰਦੇ ਗੁਰ ਰਸਨਾ ਅੰਮ੍ਰਿਤ ਬੋਲਦੀ। ਇਹਦੇ 'ਚ ਜਿਹੜੀ ਹੈ ਆਵਾਜ਼ ਕਿਸੇ ਦੀ ਹੋਏਗੀ, ਬੋਲੀ ਕਿਸੇ ਦੀ ਹੋਏਗੀ, ਬਚਨ ਕੋਈ ਪੜ੍ਹ ਰਿਹਾ, ਪਰ ਸਾਡੇ ਵਾਸਤੇ ਕਿਉਂਕਿ ਅਸੀਂ ਗੁਰ ਇੰਸਟੀਟਿਊਸ਼ਨਸ ਨੂੰ ਸਮਰਪਿਤ ਹੈਗੇ ਹਾਂ, ਗੁਰ ਸ਼ਬਦ ਦੇ ਅਸੀਂ ਉਹਦੀ ਤਾਬੇਦਾਰੀ ਵਿੱਚ ਆਏ ਹਾਂ, ਤੇ ਫਿਰ ਇਹਦੇ ਵਿੱਚ ਜਿਹੜਾ ਬਚਨ ਹੈ ਉਹ ਗੁਰੂ ਦਾ, ਤੈਨੂੰ ਐਜ਼ ਇਟ ਇਜ਼ ਹੀ ਗ੍ਰੈਬ ਕਰਨਾ। ਇਸੇ ਤਰੀਕੇ ਸਤਕਾਰ ਤੇ ਇਹਤਰਾਮ ਦੇਣਾ ਹੈ। ਇੱਥੇ ਅਹਿਸਾਸ ਕੀਤਾ ਜਾਏ ਕਿ ਗੁਰਸਨਾ ਅੰਮ੍ਰਿਤ ਬੋਲਦੀ, ਹਰਸਨਾ ਨਾਮ ਸੁਹਾਵੀ। ਜਿਨ੍ਹਾਂ ਸੁਣ ਸਿੱਖਾਂ ਗੁਰ ਮੰਨਿਆ, ਤਿਨਾਂ ਭੁੱਖ ਸਭ ਜਾਵੀ। ਉਹਨਾਂ ਦੀ ਅੰਤਰਾਤਮਾ ਤ੍ਰਿਪਤ ਹੋ ਜਾਏਗੀ, ਭੁੱਖ ਲੈ ਜਾਏਗੀ, ਜਿਹੜੇ ਉਹਨੂੰ ਇਸ ਤਰੀਕੇ ਨਾਲ, ਇਸ ਰੁਤਬੇ ਦੇ ਨਾਲ, ਇਸ ਰੂਪ ਵਿੱਚ ਮੰਨਣਗੇ ਤੇ ਇਸ ਅਹਿਸਾਸ ਵਿੱਚ ਜਾਣਗੇ। ਪਰ ਉਹ ਹੈ ਵੀ ਕਿਆ ਗਲੋਰੀਅਸ ਕਿਸਮ ਦੀ ਮਹਾਰਾਜ ਨੇ ਇਹ ਮੈਸੇਜ ਬਖਸ਼ੇ ਸਾਨੂੰ, ਤੇ ਅਸੀਂ ਜੋ ਸੁਭਾਵ ਦੇ ਵਿੱਚ ਚਲੇ ਜਾਈਏ। ਜਿਵੇਂ ਹੁਣ ਗੁਰਦਰਬਾਰ ਦੇ ਵਿੱਚ ਬਿਲਕੁਲ ਬੰਦਾ ਗੁਰਭਾਵ ਵਿੱਚ ਆ ਕੇ ਬੈਠੇ, ਟਿਕਾ ਵਿੱਚ ਆਪਣੇ ਮਨ ਨੂੰ, ਥੋੜੀ ਸਰੋਤ ਨੂੰ ਉਸ ਪਾਸੇ ਲਗਾਵੇ, ਫਿਰ ਇਹਨਾਂ ਬਚਨਾਂ ਨੂੰ ਸੁਣੇ, ਥੋੜੀ ਬਚਨਾਂ ਦੀ ਸਮਝ ਹੋਏ, ਬੰਦੇ ਦੇ ਅੰਦਰ ਜਿਹੜੀ ਪਿਕਚਰ ਬਣੇਗੀ, ਜਿਹੜੀ ਧਾਰੀ ਬਣੇਗੀ, ਜਿਹੜਾ ਅੰਦਰ ਖਾਸ ਕਰਕੇ ਉਸ ਚੀਜ਼ ਦਾ ਇੱਕ ਦ੍ਰਿਸ਼ ਉਕਰੇਗਾ, ਉਹ ਬੜਾ ਉਮਦਾ ਹੋਏਗਾ, ਬੜਾ ਖੁਸ਼ਨੁਮਾ ਹੋਏਗਾ, ਬੜਾ ਇਹਨੂੰ ਅਗੰਮੀ ਅਹਿਸਾਸ ਵਿੱਚ ਲੈ ਜਾਏਗਾ। ਇਸ ਰੂਪਤਾ ਦੀ ਬਾਤ ਬਾਣੀ ਦੇ ਵਿੱਚ ਪਈ ਹੈ। ਖੈਰ, ਹੁਣ ਅਸੀਂ ਇਹਨਾਂ ਬਚਨਾਂ ਦੇ ਅਰਥ ਭਾਵ ਨੂੰ ਫੜਦੇ ਹਾਂ। ਸਾਡੀ ਸਮਾਜਿਕ ਤਾਣੇ ਪੇਟੇ ਦੇ ਵਿੱਚ ਜਿਹੜੀ ਸਮਾਜ ਦੀ ਪੂਰੀ ਬਣਤਰ ਹੈ, ਇਹ ਗ੍ਰਸਤ ਜੀਵਨ ਤੇ ਖੜੀ ਹੈ। ਗ੍ਰਸਤ ਜੀਵਨ ਜਿੱਥੇ ਜਿਹੜਾ ਹੈਗਾ ਚੰਗੇਰੇ ਇੱਕ ਦੂਜੇ ਦੇ ਸਨੇਹ ਦੇ ਵਿੱਚ, ਪਿਆਰ ਵਿੱਚ, ਇੱਕ ਦੂਜੇ ਦੀ ਸਾਂਝ ਵਿੱਚ, ਇੱਕ ਦੂਜੇ ਨੂੰ ਸਮਰਪਿਤ ਹੋ ਕੇ ਦੋ ਜੀ ਤੁਰਨਗੇ, ਉਸ ਗ੍ਰਸਤ ਜੀਵਨ ਦੇ ਵਿੱਚੋਂ ਪਰਿਵਾਰ ਉਸਰੇਗਾ, ਬੱਚੇ ਆਉਣਗੇ। ਉਸ ਗ੍ਰਸਤ ਜੀਵਨ ਦੇ ਆਲੇ ਦੁਆਲੇ ਰਿਸ਼ਤੇਦਾਰ ਇਕੱਠੇ ਹੋਣਗੇ, ਉਹ ਭਾਵੇਂ ਉਹਨਾਂ ਦੇ ਸਹੁਰੇ ਜਾਂ ਪੇਕੇ ਦੇ ਰੂਪ ਵਿੱਚ, ਜਾਂ ਉਹਨਾਂ ਦੇ ਆਲੇ ਦੁਆਲੇ ਦੇ ਹੋਰ ਰਿਸ਼ਤੇਦਾਰਾਂ ਦੇ ਰੂਪ ਦੇ ਵਿੱਚ। ਤੇ ਉਹ ਸਭ ਚੀਜ਼ਾਂ ਜਿਹੜੀਆਂ ਨੇ ਬੜੀਆਂ ਸੁਚੱਜੇ ਢੰਗ ਦੇ ਨਾਲ ਸਮਾਜ ਦੀ ਉਸਾਰੀ ਵਿੱਚ ਮਦਦ ਕਰਨਗੀਆਂ। ਪਰ ਸਭ ਡਿਪੈਂਡ ਕਰਦਾ ਕਿ ਉਹ ਦੋ ਇੰਡੀਵਿਜੂਅਲ ਜਿਹੜੇ ਹੈਗੇ ਨੇ, ਉਹਨਾਂ ਦੀ ਨਿਰਵਾਹਤਾ ਕਿਵੇਂ ਹੋ ਰਹੀ ਹੈ।
उस निर्वाहता दे विच असल दे विच जिहड़ा रिश्ता है किस बुनियाद ते खड़ा है। पहली गल तो हुंदी है फिजिकल अट्रैक्शन ते बहुते रिश्ते हुंदे ने हसबैंड वाइफ दे भी सुहप्पन दिसदा बस आ सोहना लगदा आ सोहनी लगदी है तो चलो जी विआह हो गया उस रूप दे। ते ये जिहड़ा चीज़ है ये बाणी जाई एहसास पढ़िए जिन्हों असीं काया नूं कहने भी बड़ी कमाल है, काया बड़ी सोहनी है, बड़ी वधिया है। हकीकत यह है ये तो करते दी विद्या थोड़ी बहुती जिहड़ा हैगा इस किस्म दे नाल काया बाहरों नज़र पैंदी है। जे डीप लैवल ते देखांगे तो बाणी च असीं वाक पढ़दे हां महाराज कहिंदे काया किसी दी भी जैसी मर्जी होए, किसी दा रंग काला आ, किसी दा थोड़ा चिट्टा आ, किसी दा कणक वन्ना आ, किसी दा भूरा आ, यही हुंदा है ना। पर जिहड़ी डिस्क्रिप्शन पढ़िए काया दी मैडिकल साइड विच लै जाओ, बायोलॉजिकल साइड्स ते लै आओ, फिलोसफिकल साइड ते लै आओ, तो फिर बाणी वाले पासे आ जाओ। बाणी बयान करदी है भी ये काया है कि ये विष्टा अस्त रकत परेटे चाम, इहदे च गंदगी है। विष्टा अराउंड 1 kg स्टूल साडा सारियां दा जिहड़ा बावल हैगा वो हर वक्त कैरी करके रखदा हैगा। 1 kg इन्नी गंदगी हर वक्त साडे अंदर मौजूद रहिंदी है, मतलब रफली फिगर ये कहा जाता है। जे इस तो घट जाए तो बंदे नूं लूज मोशन लग जाते हैं। ये इस रूप में असीं गंदगी का थैला लैके तुरे फिरदे हां। विष्टा अस्त हड्ड ने मोटे मोटे सारे दे सारे, रकत उन्हां दे विच भी खून चल रहा, उत्ते भी खून चल रहा, सारियां नसां पसां सब खून नाल भरियां पईयां ने। परेटे चाम उहदे उत्ते रब जी ने चमड़ी लाती है, जिन्हों बंदा वेखदा ते निहारदा ते आहा हा हा क्या चमड़ी, क्या खूबसूरती है। कोई खूबसूरती कादी है, हड्ड ने मास या मिज आ तो उत्ते आ चम लगा सारे का सारा। साहब जिक्र करते विष्टा अस्त रक्त परेटे चाम तिस ऊपर ले राखियो गुमान, ये ते हंकार करदा, इनू वेख वेख के मरदा। ये असल बदबू का थैला इस रूपे सारे का सारा बनाया जाए। जैसा मर्जी चमड़ा होए, लिशकदा जिहड़ा चमकदा इस रूप दे विच, 2 रोज़ स्नान ना करे, 2 रोज़ क्रिया ना सोधे प्रॉपरली, की होएगा? कोल नहीं आप बैठ सकोगे उहदे। मतलब ये गंदगी का सबब आ, क्यों नहीं इस रूप नूं एहसास विच लैके आउंदा। दूसरे पड़ाव विच आ जाइए, जिहड़ा असी जिहड़ा रिश्तियां दे वास्ते खास करके हुंदा है कि कोई भी रिश्ता है वो किसी स्वार्थ लालच सिर्फ हवस ते नहीं खड़ा हो सकता। जिन्हों बाबा कबीर बाबा फरीद जी ने इस तरह जिक्र किया सी, फरीदा जान लब तन्ने हो क्या। जिहड़ा पहले लालच ते खड़ा है, लालच ये है कि ये विआह दे विचों मैनूं पैसे मिल जाणगे, दाज मिल जाएगा, मैनूं वीज़ा मिल जाएगा, मैनूं इस तरह, मतलब पहले ही एक चीज़ स्वार्थ चीज़ खड़ी करके अगे तुर रही है। ਉਹਦੇ ਚੋਂ ਸੁਖ ਨੂੰ ਲੱਭਣਾ ਇਹ ਤੇ ਫਿਰ ਆਪਣੀ ਬੇਵਕੂਫਾਨਾ ਹਰਕਤ ਹੈ ਨਾ, ਮਾਫੀ ਮੰਗਾਂਗਾ ਮੈਂ। ਜਦੋਂ ਲਾਲਚ ਤੇ ਖੜੇ ਹੋ ਕੇ ਚੀਜ਼ ਜਿਹੜੀ ਹੈ ਡਿਸਾਈਡ ਕੀਤੀ ਗਈ ਹੈ ਤੇ ਲਾਲਚ ਹੀ ਪੁੱਗੇਗਾ। ਇਹਨੂੰ ਸਾਹਿਬ ਨੇ ਕਿਹਾ ਕਿ ਕਿਉਂ ਨਹੀਂ ਅਹਿਸਾਸ ਕਰਦਾ ਵੀ ਫਰੀਦਾ ਜਾਂ ਲੱਭ ਤਾਂ ਨਹੀਂ ਕਿਹਾ, ਲੱਭ ਤਾਂ ਕੂੜਾ ਨੇ। ਜਿੱਥੇ ਲਾਲਚ ਆ ਉੱਥੇ ਨੇ ਕੂੜ ਆ, ਇਹ ਮੰਗੀ ਕੂੜ ਹੈ, ਝੂਠੀ ਅਸਲ ਦੇ ਵਿੱਚ। ਇਹਨੂੰ ਜ਼ਿਕਰ ਕੀਤਾ ਵੀ किचर झत लंघाई है छप्पर टुटा में, जिवें टुटी छपरी पा के कोई बंदा कहे भी मैं जी मैं तो मौसम की मार तो बच जाऊंगा, नहीं नहीं कहीं नहीं बच सकता। 2 बूंदा पहन गियां राइट वे वो छप्पर चो जाएगा। जदों इस सिचुएशन बनेगी, क्योंकि जिहड़ा लाइफ का पाथ है ना ये एडा खुशनुमा नहीं हैगा जिवें लगता है विआह के समय भी 2 जी बैठे ने तो वो ग्लैमराइज एनवायरमेंट आ, सारे वधाइयां दे रहे हैं, शगन पै रहे हैं, सारियां दी अटेंशन मिल रही है, सारा कुछ हो रहा है। एवें थोड़ा चलेगा, ये तो घड़ी छिपक दा मेला है सारा। असल जिंदगी का सुमेल तो उदों पता लगना है जदों मुश्किलां आउणियां ने, तकलीफां पैणियां ने, जदों चैलेंजेस आने ने, जदों एक दूजे के सुभाਅ नाल टकराव पैदा होना, फिर पता लगा ओ कित्थे। जदों बरसात पेगी, जदों उस किस्म के नाल मौसम की रुत चेंज होएगी, फिर पता लग गया भी आ की बन गया। इस एहसास में अपने आप को प्रिपेयर कर, तैयार कर। मैं तो प्री मैरिज काउंसलिंग में बच्चों नाल कई बार बैठदा तो उन्होंने कहना कि अच्छा ठीक है अज की तरीक आ, अज की तरीक बनती है जी, अज बन गई 26 तरीक बन गई, 26 सितंबर है 2018 बनता है, ठीक है। अज सपोज करो तुहाडा विआह अज हो जाता, या किहड़ी तरीक तुसीं विआह दी रखी, हफ्ते बाद 2 हफ्ते बाद जिस दिन आ तरीक का विआह हो जाता है। अंदाज़ा लाओ कि इस दिन तुहाडा तुसीं किवें फील करोगे, वेरी हैप्पी, वेरी मचली एक्साइटेड एंड फुल विद चार्ज विद एवरीथिंग एंड ऑल दैट, ठीक है। आ तरीक दे उत्ते
कि ये सारे दी सारी जिहड़ी मोमेंटम बनेगा, हैप्पीनैस बनेगी, सारा कुछ बनेगा। अज 25 सितंबर हैगा, 25 अक्तूबर वाला दिन खोज के वेखो, उस दिन एक्साइटमेंट होएगी। कैन यू कैरी दैट काइंड ऑफ एक्साइटमेंट विद ऑल एक्चुअली फॉर 1 मंथ? आई डाउट इट, नो, इट वोंट बी पॉसीबल। ठीक है, इनू फिर मन के चलो, इट्स फॉर ए टाइम बीइंग, थोड़े जे समय ਲਈ है। उस एक महीने दे विच जिहड़ा हैगा तुसीं अपने आप नूं कित्थे देखदे हो? वेयर डू यू थिंक योरसैल्फ? ते सिर्फ एक महीने की बात की है। जे 25 सितंबर 2018 ते 25 सितंबर 2019 ते लै जाइए, एक साल, आफ्टर 1 ईयर, वेयर डू यू सी योर रिलेशनशिप? दो पल जो पिछे हट के सोचते हैं, हाँ सोचते हैं की बनेगा साल बाद, साल बाद मेरे कैरीयर चाह चल रहा होएगा, ये कैरीयर चाह चल रहा होएगा। तो कई बार उत्थे हो जाता है, उत्थे बैठे बैठे नो 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 नो, डोंट एक्चुअली थिंक जस्ट ओनली योर कैरियर। आई ऑल्सो एक्चुअली वर्क फुल टाइम, आई ऑल्सो वांट सम काइंड ऑफ एक्चुअली एक्स्ट्रा टाइम टू डिवेलप माई कैरियर। उत्थों पता लगा कि ओहो, बात तो अजे शुरू भी नहीं हुई, अनईवन पाथ माड़ा जिहा भी नहीं आया जे, बात उस लैवल ते चल गई। तो जे 5 साल बाद देखांगे, 10 साल बाद देखांगे। ਜਿਹੜੀਆਂ कई बार इंटरफेथ ਜਿਹੜੀਆਂ मैरिजेस ਹੁੰਦੀਆਂ ना, ਇਹਨਾਂ ਦੇ ਜਦੋਂ ਅਸੀਂ ਇਸ ਤਰੀਕੇ ਨਾਲ ਪੂਰਾ ਦਾ ਪੂਰਾ ਚਾਰਟ ਪਾਉਂਦੇ ਆ ਅੱਗੇ 5-7 ਸਾਲਾਂ 10 ਸਾਲਾਂ ਦਾ, ਤੇ ਉੱਥੋਂ ਹੀ ਫਿਰ ਦਿਮਾਗ ਆਪਣੇ ਆਪ ਖੜਕਣਾ ਸ਼ੁਰੂ ਹੋ ਜਾਂਦਾ ਵੀ ਓ ਹੋ ਫਿਰ ਕਿੱਥੇ ਜਾਵਾਂਗੇ। ਸੋ ਇਹ ਅਹਿਸਾਸ ਬੰਦਾ ਪਹਿਲੇ ਦਿਨ ਤੋਂ ਆਪਣੇ ਜਿਹੜਾ ਹੈਗਾ ਜ਼ਹਿਨੀਅਤ 'ਚ ਰੱਖੇ। ਇਹ ਰਿਸ਼ਤਾ ਮਾੜਾ ਨਹੀਂਗਾ, ਰਿਸ਼ਤਾ ਬੜਾ ਪਵਿੱਤਰ ਹੈ, ਬੜਾ ਵਧੀਆ ਹੈ, ਬੜਾ ਉਮਦਾ ਹੈ। ਗੁਰੂ ਸਾਹਿਬ ਨੇ ਆਪ ਇਸ ਰਾਹ ਨੂੰ ਅਪਣਾਇਆ, ਸਾਨੂੰ ਪ੍ਰੇਰਿਆ। ਸਾਰੀ ਜਿਹੜੀ ਬਾਣੀ ਹੈ प्रो मैरिज इंस्टीट्यूशन हैगी। गुरु साहब ने विवाह संस्था नूं जिहड़ा हैगा मजबूत किया, उहदी बात वार वार की, तो उहदे विच कुछ बुनियादी चीज़ां कीतियां। हुण मैं इस लावां दे पाठ दी खास करके दी नाल व्याख्या प्रारंभ करदा हाँ। जिवें ये बचन प्रारंभ हो रहा है, हर पहलड़ी लाम। देखो असी जदों कहने लावां लै लईआं, लावां लै रहे ने, वो असीं लावां नूं समझदे हां जदों वो सर्कल करदे ने गुरु ग्रंथ साहब दे आले दुआले। एक्चुअल जिहड़ा इहदा मायना हैगा उहनूं असीं कहने परिक्रमा करनी। असीं हमेशा परिक्रमा करते हैं ना, दैट इज़ परिक्रमा। फिर लाम की है? लाम नूं एक ते कदम कहा जाता है, स्टैप। दूजा जिहड़ा हैगा लाम दा मायना तुसीं समझो बड़े ध्यान नाल, चीज़ां मतलब सिंबॉलिक रूप विच समझ आउंदियां ने। लां जिहड़ा लफ्ज़ हैगा असीं आम पंजाबी ज़बान च यूज़ करते हैं, जिवें गर्मियां दे दिनां दे विच तुसी कुछ कपड़े धोते हो वॉशिंग मशीन दे विच, ते सोचो ड्रायर नहीं यूज़ करनी, मौसम बाहर वधिया हैगा, तो वो कपड़े कढ़ के टोकरी च पा के या किसी को भी आ एक कम करिया मड़ जा कपड़ा बाहर लां ते पा दी। लां वो की है? एक ऐसी लीश ऑब्जेक्ट आ जिहड़ा 2 किनारियां तो इस तरीके दे नाल असीं नोट डाउन किया, बन्निया हैगा, तो विचकार वो एवें झोल पै रही है, जिथे तक तुहाडे हथ की रसाई है तुसीं कपड़ा वो ते जाके पा दिंदे हो। इत्थे जदों 2 इंडिविजुअल्स जिहड़े ने जदों तुरदे ने उस रूप दे विच, दोवां दे दरमियान एक कपड़ा लटक रहा एवें करके, झोल, वो लां है असल विच। वो एक रूप विच दस रहा हैगा कि जिहड़ी ये खास करके झोल पै रही है, ये ता उम्र पैंदी रहनी चाहिए है। मुश्किल कित्थे बनती है? जदों उन्होंने खिच पैंदी है। तुसी वाक पढ़ो, लिटरेचर च ही आ जाइए। असी रहीम जी दे दोहे पढ़ते हैं, वो कहते रहीमन धागा प्रेम का मत तोरो चटकाए। जिवें मतलब जिथे प्यार दा होए ना रिश्ता, उन्होंने खिची दा नहींगा, क्योंकि जे खिच पाओगे तो फिर प्यार नहीं रहेगा। टेस्ट ना करो एक दूजे को, पहले लैवल तो रूम रखो, इन्ना क एहसास रखो कि इनू किसी लैवल ते भी एग्जामन नहीं करना, टेस्ट ते नहीं लैके जाना। ये पहला ही ये मोमेंटम ही इत्थों पैदा होना चाहिए है कि जिन्हों मैं स्वीकारन लगा, जिन्हों मैं नाल लैके चलन लगा, जिदे वास्ते मैं अपना जीवन समर्पित करन लगा, ਉਹਦੀ बात मननी है, ਉਹਦੇ ਨਾਲ तुरना है, तालमेल बना के तुरना, तो दूजे ਨੂੰ भी एहसास होए कि तालमेल इस रूप ਵਿੱਚ बनाना है इस तरीके दे नाल। मेरे इत्थे मित्र ने बड़े प्यारे, तो वो है इत्थे एक्चुअली स्टूडेंट बन के आए सीगे कॉलेज में, इत्थे कोर्स करने लिए आए, तो कॉलेज का कोर्स फिनिश होया तो कहंदा ओहो नहीं नहीं, कॉलेज के कोर्स नाल ते कोई जिंदगी नहीं बन सकती,
फिर उस कॉलेज के कोर्स में अगे स्टार्ट किया, इंजीनियरिंग की। मेरे को आया कहने लगा भी भाई साहब इस तरीके ना, मैं क्या जे तेरे को एबिलिटी हैगी है तो इंजीनियरिंग करनी फिर टॉप के कॉलेज तो कर, एटलीस्ट जे पढ़ना ही चंगी तरह पढ़। खैर उन्हें बड़े वधिया ढंग नाल इंजीनियरिंग की, इंजीनियरिंग डन की। उस तो बाद कहता जी हुण मकैनिकल इंजीनियरिंग की है तो हुण जाना भी टॉप की फर्म के, फ्लायर बस बनती एडमिंटन तो वो जाके जॉब लई। विदिन 3 ईयर एक जिहड़ा हैगा असिस्टेंट इंजीनियर तो जॉब शुरू की ते ऑल द वे चीफ इंजीनियर तक पहुँचने वाला जिहड़ा हैगा पाथ वो कवर करने नेड़े पहुँच गया। बड़ी टॉप की फर्म ने वैनकूवर दे हायर किया। उस तो बाद उस फर्म ने हार्डवर्ड यूनीवर्सिटी तो M.Tech की जिहड़ी हैगी वो कंप्लीट करवाई डिग्री। मतलब हाईली एजुकेटेड बंदा, तालीमियत रखने वाला बंदा हैगा। तो उस बात हुई जदों आई विआह की गल, तो थोड़िया बहुत गल्लां होईयां। तो मैं पूछा, मैं क्या भी पिछों मतलब परिवार किवें दा? कहंदा करसानी करदे आ, गन्ना ढोंदे सां इस तरीके दे नाल। मैं कहा तैनूं गल समझ आवेगी हुण, तू मतलब गन्ना वगैरह ढोंदे आए हो, असीं भी ट्रैक्टर चलाए, गन्ना गुन्ना ढोया उस तरीके नाल। ਉਹ 'ਚ ਹੁੰਦਾ ਸੀਗਾ कि ਜਦੋਂ ਕੱਚੇ ਖੇਤ ਵਿੱਚ ਟਰਾਲੀ ਲੱਦ ਲਈ ਜਾਂਦੀ ਸੀ ਗੰਨੇ ਦੀ, ਤੇ ਉਦੋਂ ਫਿਰ ਇੱਕ ਟਰੈਕਟਰ ਇਕੱਲਾ ਨਹੀਂ ਸੀ ਬਾਹਰ ਕੱਢਦਾ ਉਹਨੂੰ, ਉਹਦੇ ਵਾਸਤੇ ਅੱਗੇ ਪਿੱਛੇ 2 ਟਰੈਕਟਰ ਜੋੜ ਲੈਂਦੇ ਸੀ। ਤੇ ਬਜ਼ੁਰਗ ਇਹ ਕਹਿੰਦੇ ਹੁੰਦੇ ਸੀਗੇ ਕਿ ਉਹ ਭਾਈ ਪਹਿਲਾਂ ਟਰੈਕਟਰ ਜੋੜਨ ਤੋਂ ਪਹਿਲਾਂ ਨਾ ਇਹਨਾਂ ਦੇ ਟਾਇਰਾਂ ਦੇ ਗੇੜੇ ਰਲਾ ਲਓ। ਗੇੜੇ ਰਲਾ ਲਓ ਮਤਲਬ ਇਹ ਵੀ ਇੱਕ ਟਰੈਕਟਰ ਸਪੋਜ਼ ਕਰੋ ਫੋਰਡ ਕੰਪਨੀ ਦਾ ਹੈਗਾ, ਤੇ ਉਹਦੇ ਦੂਜੇ ਗੇਅਰ ਦੇ ਵਿੱਚ ਪਾ ਕੇ ਜਿੰਨੇ ਗੇੜੇ ਵੱਜਦੇ ਨੇ, ਤੇ ਦੂਜਾ ਹੋ ਸਕਦਾ ਮਹਿੰਦਰਾ ਹੈ, ਤੇ ਉਹਦੇ ਤੀਜੇ ਗੇਅਰ ਦੇ ਵਿੱਚ ਪਾ ਕੇ ਉਹਨੇ ਗੇੜੇ ਵੱਜਦੇ ਹੋਣ। ਮਤਲਬ ਗੇਅਰ ਬਰਾਬਰ ਕਰਿਓ ਜੇ ਕਿਤੇ ਇੱਕ ਦੇ ਗੇੜੇ ਵੱਧ ਹੋਏ ਦੂਜੇ ਦੇ ਘੱਟ ਹੋਏ, ਤੇ ਉਹ ਜਿਹੜੇ ਟੋਚਨ ਵਗੈਰਾ ਪਾਉਣਾ ਵਿੱਚ ਉਹ ਸਾਰਾ ਕੁਝ ਪਾਉਣਾ ਟੁੱਟ ਜਾਏਗਾ, ਟਰੈਕਟਰ ਟੁੱਟ ਜਾਏਗਾ, ਨੁਕਸਾਨ ਹੋ ਜਾਏਗਾ। ਜਿਹਦਾ ਵੀ ਵੱਧ ਘੱਟ ਹੋਏ ਪਹਿਲਾਂ ਚੱਕਰ ਲਾ ਲਓ ਆਪਸ ਦੇ ਵਿੱਚ ਪਹੀਆਂ ਦੇ, फिर उस गेयर दे पा के तो दोवें ट्रैक्टर कट्ठे जो के तो फिर ट्राली च पाओगे तो फिर ट्राली कट देगा। मैं क्या गल है भी हुण तुसीं राह ते तुरन ते लगा, हुण जिहड़ा रिश्ता बनाना उहदे ना पईयां दे चक्कर ला ली माड़े जे। मैनूं पता तू बड़ा स्मार्ट है, बड़ा इंटैलीजेंट उस रूप दे च, पार्टनर जरूरी नहीं उन्ना होए, ते जे उन्ना नहीं होएगा तो उहदे तो उस किस्म दी एक्सपैक्टेशनस भी ना करी, या तेरा पार्टनर बहुत हाईली जिहड़ा हैगा क्वालीफाइड होए, तेरे तो भी वध होए, तो तेरे तो भी मन्ने भी तेरे तो भी एक्सपैक्टेशन उसे दियां करे। ना 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 ना, चक्कर रला के एक दूजे की एबिलिटी कैपेसिटी सारा कुछ समझ के उहदे मुताबिक मूव करोगे तां कामयाब होवोगे। कहंदा भाई साहब गल समझ आ गई। अज बड़ा 2 बच्चे ने, बड़ा प्यारा जीवन है, तो मैं जा रहा उहदे कोल 1-2 दिनों वास्ते वैनकूवर उहनूं मिलण वास्ते। पर जिहड़ी वैसे एग्जाम्पल आई इत्थे इस रूप दे विच लाम बुनियादी तौर ते 2 जीआं नूं जोड़न वाला एक विचली तंद आ। उस तंद नूं खिच नहीं पैनी, टुटनी नहीं चाहिदी, वो रिश्ता बरकरार रहना चाहिए हैगा। उन्होंने क्या रहीमन धागा प्रेम का मत तोरो चटकाए, टूटे से फिर ना जुड़े। एक बारी छुट जे ना फिर जुड़दा नहीं। हाँ जे कोई जोड़ भी दे अथॉरिटीज़ करके, कई लोग कहते बच्चियां करके असीं ते इकट्ठे रह रहे हैं जी, या किते मापे कहंदे ने साडी इज्जत दा सवाल है, वास्ता रब दा, जे इज्जत बनी सारे समाज दे विच, पता लग गया भी साडे मुंडे ने कुड़ी छड्डती, साडी कुड़ी ने मुंडा छड्डता। मतलब अजीब इस किस्म की हालत। ओहदे च की हुंदा है भी हुण जुड़ा ते है, रह ते रहे ने 2 जने इकट्ठे, पर रह किवें कहने, कहंदे टूटे से फिर ना जुड़े, जुड़े गांठ पर जाए, विच फिर गंढ पै जांदी है। ते तुसीं देखो धागा होए उहदे उत्ते इस तरीके नाल हत्थ फेरो, जे तो बिल्कुल समूथ आ, बिल्कुल कुछ नहीं आएगा, पर जिथे हाथ फेरोगे गंढ होएगी ना, रड़केगी विच, जिवें उंगल जाएगी रड़क आएगी विच, वार वार चुभेगी, जिहड़ी चीज उस रूप विच हो जाएगी। सो इत्थे पहला स्टैप जिहड़ा पहली लाम दे रूप दे विच जदों तुसीं इस रूप विच पा के तुरन लगे हो, उत्थे गुरु साहब सुनेहा देन लगे ने, हर पहलड़ी लाव पर विरती करम दृढ़ाया बलराम जीओ। इहनूं एक रंग होर लै लैना। कई बार भी हुंदा बंदा कहता की लोड़ है विआह कराउण दी, आपां भी ठीक हाँ, भले ठीक है, कल्ले ठीक है, सिंगल। कुदरत ने साडे सारियां दे विच एक बल पाया, जिन्होंने बलेराम कहा गया। इत्थे बल ये पाया कि करतार इस सारी कायनात सिरजदा है। रब जी की कायनात सिरजण का तरीका उहदा कोई मैन्युफैक्चरिंग यूनिट तो है नहीं भी किते फैक्टरी ला रहा तो उतों जी बना बना के भेजी जाता। नहीं नहीं नहीं, जियां दी पैदाइश जियां दे विचों होनी है।
ਉਹਨਾਂ ਦੇ ਜ਼ਰੀਏ ਹੀ ਜੀਆਂ ਦੀ ਆਮਦ ਹੋਣੀ ਹੈ, ਉਹਨਾਂ ਦੇ ਜ਼ਰੀਏ ਹੀ ਜੀ ਪਲਣੇ ਨੇ, ਵਧਣੇ ਨੇ, ਸਭ ਚੀਜ਼ਾਂ ਹੋਣੀਆਂ ਨੇ। ਉਹਨੇ ਸਾਡੇ ਸਾਰਿਆਂ ਦੇ 'ਚ ਆਪਣਾ ਬਲ ਪਾਇਆ ਹੈਗਾ। ਇਹ ਗ੍ਰਸਤ ਦੇ ਰਾਹ ਤੇ ਤੁਰਨਾ ਹੈ, ਕਿਉਂਕਿ ਕਰਤਾਰ ਨੇ ਤੇਰੇ ਅੰਦਰ ਉਹ ਸ਼ਕਤੀ ਪਾਈ ਹੈ, ਜਿਹੜੀ ਸ਼ਕਤੀ ਤੈਨੂੰ ਵਾਰ-ਵਾਰ ਪ੍ਰੇਰੇਗੀ, ਤੂੰ ਕਿਸੇ ਦਾ ਹੋ ਜਾ, ਕਿਸੇ ਨੂੰ ਆਪਣਾ ਬਣਾ ਲੈ। ਆ ਰੂਪ ਆ ਬਲਰਾਮ ਹੈ, ਜਿਹੜਾ ਅੰਦਰ ਹਰਖਾਂਦਾ ਹੈ, ਜਿਹੜਾ ਅੰਦਰ ਸਾਡੇ ਅੰਦਰ ਪ੍ਰੇਮ ਦਾ ਉਹ ਰੰਗ ਪੈਦਾ ਕਰਦਾ ਹੈਗਾ। ਸੋ ਸਾਹਿਬ ਕਹਿੰਦੇ ਇਹ ਕਰਮ ਦ੍ਰਿੜਾਇਆ ਹੈ, ਪੱਕੇ ਤੌਰ ਤੇ, ਡਾਢੇ ਤੌਰ ਤੇ ਸਾਡੇ ਪੱਲੇ ਵਿੱਚ ਪਾਇਆ। ਕਿੰਨੇ ਪਾਇਆ? ਬਲਰਾਮ ਨੇ, ਜਿਹੜਾ ਰਾਮ ਨੇ ਬਲ ਪਾਇਆ ਸਾਡੇ ਵਿੱਚ। ਉਹਦੇ ਕਰਕੇ ਇਹ ਕਰਮ ਸਾਨੂੰ ਇਸੇ ਲੈਵਲ ਤੇ ਕਰਨਾ ਪਏਗਾ। ਸੋ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ। ਹੁਣ ਪ੍ਰਵਿਰਤੀ ਕਰਮ ਨੂੰ ਵੀ ਅਹਿਸਾਸ ਵਿੱਚ ਲੈ ਲੈਣਾ ਥੋੜਾ। ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਕਰਦੇ ਵੀ ਨਾਮ ਦੇ ਰੰਗ ਦੇ ਵਿੱਚ ਜਿਹੜਾ ਹੈਗਾ ਚਲੇ ਜਾਣਾ, ਇਹ ਪ੍ਰਵਿਰਤੀ ਹੈ। ਨੋ ਡਾਊਟ ਉਹਨਾਂ ਨੇ ਸਾਰੇ ਲਾਵਾਂ ਦੇ ਪਾਠ ਦੇ ਅਧਿਆਤਮੀ ਅਰਥ ਕੀਤੇ ਨੇ, ਇਹੋ ਜਿਹੇ ਅਰਥ ਉੱਥੇ ਜਾ ਕੇ ਸੂਟੇਬਲ ਹੁੰਦੇ ਨੇ। ਪਰ ਜਦੋਂ ਸ਼ਬਦ ਕੋਸ਼ 'ਚ ਡੀਪ ਲੈਵਲ ਤੇ ਜਾਓਗੇ, ਦੋ ਸ਼ਬਦ ਆਉਂਦੇ ਨੇ ਇੱਕ ਦੂਜੇ ਦੇ ਆਪੋਜ਼ਿਟ। ਇੱਕ ਹੈਗਾ ਨਿਰਵਿਰਤੀ, ਇੱਕ ਹੈਗਾ ਪ੍ਰਵਿਰਤੀ। ਨਿਰਵਿਰਤੀ ਹੁੰਦਾ ਹੈ ਇਸ ਸੰਸਾਰ ਨੂੰ ਰਿਨਾਊਂਸ ਕਰ ਦੇਣਾ, ਕਹਿਣਾ ਮੈਂ ਸੰਸਾਰ ਛੱਡ ਦਿੱਤਾ, ਤਿਆਗ ਦਿੱਤਾ। ਆਪਾਂ ਜਿਹੜਾ ਹੈਗਾ ਆਪਾਂ ਸੰਸਾਰ ਵਿੱਚ ਜਾਣਾ ਹੀ ਨਹੀਂਗਾ, ਆਪਾਂ ਸੰਸਾਰ ਦੀ ਜ਼ਿੰਮੇਵਾਰੀ ਨਹੀਂ ਨਿਭਾਣੀ, ਬੈਰਾਗੀ ਹੋ ਜਾਣਾ, ਮਤਲਬ ਤਿਆਗ ਦਾ ਰੰਗ ਫੜ ਲੈਣਾ, ਉਸ ਰੂਪ ਵਿੱਚ ਚਲੇ ਜਾਣਾ। ਗੁਰਮਤਿ ਨੇ ਇਸ ਚੀਜ਼ ਨੂੰ ਅਪਣਾਇਆ ਨਾ। ਪਰ ਬੰਦਾ ਕਹਿੰਦਾ ਇਹ ਤੇ ਪੁਰਾਣੇ ਸਮੇਂ ਸੀਗਾ, ਲੋਕੀ ਮੌਂਕ ਬਣ ਜਾਂਦੇ ਸੀ, ਭਿਕਸ਼ੂ ਬਣ ਜਾਂਦੇ ਸੀਗੇ ਤੇ ਗ੍ਰਸਤ ਜੀਵਨ ਛੱਡ ਕੇ ਚਲੇ ਜਾਂਦੇ ਸੀਗੇ। ਐਸਾ ਕੁਛ ਨਹੀਂ ਹੈਗਾ। ਅੱਜ ਦੀ ਸਮਾਜ 'ਚ ਤੁਸੀਂ ਦੇਖੋਗੇ, ਕੈਨੇਡਾ ਦੇ ਵਿੱਚ ਜਿਹੜੇ ਸਾਡੇ ਪਿਛਲੇ ਕੋਈ 4-5 ਜਿਹੜੇ ਸਟੈਟਿਕਸ ਸਾਡੇ ਕੋਲ ਮੌਜੂਦ ਨੇ, ਜਿਹਨੂੰ ਅਸੀਂ ਮਰਦਮਸ਼ੁਮਾਰੀ ਕਹਿੰਦੇ ਹਾਂ ਸਟੈਟਿਕਸ ਦੇ ਤੌਰ ਤੇ, ਉਹ ਤੁਸੀਂ ਦੇਖੋਗੇ ਤੇ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਲੋਕ ਵਿਵਾਹ ਸੰਸਥਾ ਨੂੰ ਅਡਾਪਟ ਕਰਦੇ ਨੇ, ਵਿਵਾਹ ਸੰਸਥਾ ਵਿੱਚ ਵਿਸ਼ਵਾਸ ਕਰਦੇ ਨੇ ਤੇ ਉਹਨੂੰ ਲਗਾਤਾਰ ਚਲਾਉਂਦੇ ਨੇ ਜੀਵਨ ਦੇ ਵਿੱਚ ਅਹਿਦ ਕਰਕੇ, ਭਾਵ ਕਮਿਟਮੈਂਟ ਕਰਕੇ, ਉਹ ਲੋਕ ਇਸ ਮੁਲਕ ਦੇ ਵਿੱਚ ਮਿਨੋਰਿਟੀ ਵਿੱਚ ਨੇ। ਮੈਜੋਰਿਟੀ ਲੋਕ, ਖਾਸ ਕਰਕੇ ਯੰਗ ਜਨਰੇਸ਼ਨ ਜਿਹੜੀ ਹੈ, ਉਹ ਹੈ ਜਿਹੜੀ ਵਿਵਾਹ ਸੰਸਥਾ ਤੋਂ ਬਾਗੀ ਹੋ ਗਈ ਹੈ। ਬਿਲਕੁਲ ਉਹਦੇ ਵਿੱਚ ਲਿਵਿੰਗ ਰਿਲੇਸ਼ਨਸ਼ਿਪ ਲੈ ਆਂਦੀ ਏ, ਕਾਮਨ ਲਾ ਪਾਰਟਨਰ ਸਿਸਟਮ ਲੈ ਆਂਦਾ, ਵਿਆਹ ਨਹੀਂ ਕਰਨਾ, ਵੈਸੇ ਇਕੱਠੇ ਰਹੀ ਜਾਣਾ, ਕਮਿਟਮੈਂਟ ਕੋਈ ਹੈ ਨਹੀਂ, ਕੋਈ ਲਾਈਫ ਪਲਾਨਿੰਗ ਵੀ ਨਹੀਂ ਇਕੱਠੇ ਰਹਿਣ ਦੀ। ਜਿੱਦਨ ਮਨ ਕੀਤਾ ਚੱਕਿਆ ਬੈਗ, ਦੂਜੇ ਪਾਸੇ ਚਲੇ ਗਏ। 2-4 ਵਾਰੀ ਐਵੇਂ ਹੋਇਆ, ਉਸ ਤੋਂ ਬਾਅਦ ਮਾਨੇ ਬਣਾ ਲਿਆ ਨਾ ਬਸ ਆਪਾਂ ਤੇ ਸਿੰਗਲ ਹੀ ਠੀਕ ਆ। ਇਸ ਰੂਪਤਾ ਦੇ ਵਿੱਚ ਇਹਦੇ ਨਾਲ ਸੁਸਾਇਟੀ ਦਾ ਜਿਹੜਾ ਜਿਸ ਕਿਸਮ ਦੀ ਤਸਵੀਰ ਬਣ ਰਹੀ ਹੈ ਸਾਰੇ ਦੀ ਸਾਰੀ, ਉਹ ਅਜੀਬ ਹਾਲਤ ਹੈ। ਉਹਦੇ ਵਿੱਚ ਸਮਾਜ ਕਿਸੇ ਚੰਗੇਰੀ ਜਿਹੜਾ ਹੈਗਾ ਦਿਖਦਾ ਨਹੀਂ ਬਣੇਗਾ ਤੇ ਚੰਗੇਰੇ ਪਾਸੇ ਜਾਏਗਾ ਵੀ ਨਹੀਂ। ਜਦੋਂ ਅਸੀਂ ਸਪਿਰਿਚੁਅਲ ਸਾਈਡ ਤੇ, ਖਾਸ ਕਰਕੇ ਰੂਹਾਨੀ ਤਲ ਦੇ ਉੱਤੇ ਗੁਰਬਾਣੀ ਤੇ ਗੁਰਮਤ ਦੀ ਇਸ ਰੰਗ ਨੂੰ ਪੜ੍ਹ ਰਹੇ ਹੈਗੇ ਆ, ਗੁਰੂ ਰਾਮਦਾਸ ਸਾਹਿਬ ਨੇ ਤੇ ਜ਼ਿਕਰ ਕੀਤਾ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਕਰਤਾਰ ਨੇ ਤੇਰੇ ਵਿੱਚ ਇੱਕ ਬਲ ਪਾਇਆ, ਉਸ ਸ਼ਕਤੀ ਦਾ ਜਿਹੜਾ ਸਹੀ ਰੂਪ ਵਿੱਚ ਪ੍ਰਯੋਜਨ ਹੈ ਉਹ ਹੈ ਪਰਿਵਾਰ ਵਿੱਚ ਜਾਣਾ, ਉਹ ਹੈ ਪ੍ਰਵਿਰਤ ਹੋਣਾ, ਉਹ ਹੈ ਗ੍ਰਸਤ ਜੀਵਨ ਨੂੰ ਅਪਣਾ ਕੇ ਕਿਸੇ ਦੇ ਨਾਂ ਆਪਣੀ ਜ਼ਿੰਦਗੀ ਲਿਖਣੀ ਤੇ ਉਹਦੇ ਵਿੱਚੋਂ ਅਗਾਂ ਜੀਆਂ ਜਨਤਾ ਦੀ ਪੈਦਾਇਸ਼ ਤੇ ਲਾਲਨ ਪਾਲਣ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਹੈਗਾ ਉਸ ਰੂਪ ਵਿੱਚ ਮਤਾਇਤ ਕਰ ਦੇਣਾ, ਉਸ ਰੂਪ ਵਿੱਚ ਆਪਣੇ ਆਪ ਨੂੰ ਮਰਜ ਕਰ ਦੇਣਾ। ਇਹ ਹੈ એનર્ਜੀ ਨੂੰ ਸਹੀ ਰੂਪ ਦੇ ਵਿੱਚ ਚੈਨਲਾਈਜ਼ ਕਰਕੇ ਉਹਨੂੰ ਜਿਹੜਾ ਹੈਗਾ ਇੱਕ ਬੜੇ ਜਿਹੜਾ ਪ੍ਰੋਗਰੈਸ਼ਨ ਦੇ ਵਿੱਚ ਬੜੇ ਜਿਹੜਾ ਹੈਗਾ ਪ੍ਰੋਡਕਟਿਵ ਵੇ ਦੇ ਨਾਲ ਸਮਾਜ ਵਿੱਚ ਲੈ ਕੇ ਆਉਣਾ, ਉਹਦੀ ਬਾਤ ਹੋ ਰਹੀ ਹੈ ਇੱਥੇ। ਸਾਹਿਬ ਨੇ ਨਾਲ ਜ਼ਿਕਰ ਕੀਤਾ ਹੈ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਇਹਨੂੰ ਇਸ ਰੂਪ ਵਿੱਚ ਵੀ ਦੇਖਣਾ ਕਿ ਵਿਆਹ ਦੇ ਬਾਰੇ ਲੋਕਾਂ ਦੇ ਵਿੱਚ ਇਹ ਰਾਏ ਬਣਦੀ ਹੈ ਕਿ ਵਿਆਹ ਕਿਸ ਢੰਗ ਨਾਲ ਹੋਇਆ ਹੈ। ਕੁਝ ਲੋਕ ਕਹਿੰਦੇ ਵੇਦੀ ਦਾ ਵਿਆਹ ਚੰਗਾ ਹੁੰਦਾ ਹੈ, ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਨੇ ਕੋਰਟ ਮੈਰਿਜ ਕਰਾ ਲਓ ਉਹ ਚੰਗੀ ਹੈ, ਕੁਝ ਲੋਕ ਕਹਿੰਦੇ ਨੇ ਨਹੀਂ ਗੁਰਦੁਆਰੇ ਵਿਆਹ ਹੋਣਾ ਜ਼ਰੂਰੀ ਹੈ। ਇੱਕ ਪਲ ਲਈ ਤੁਹਾਡੇ ਮਤਲਬ ਮੈਂ ਸਮਾਂ ਬਾਏ ਕਰਦਾ ਤੁਹਾਡੇ ਕੋਲੋਂ, ਉਹਦੇ 'ਚ ਇਹ ਹੋਇਆ ਕਿ ਦੋ ਇੰਟਰਫੇਥ ਮੈਰਿਜ ਸੀ, ਦੋਵੇਂ ਇੰਡੀਵਿਜੂਅਲ ਵੱਖਰੇ ਵੱਖਰੇ ਧਾਰਮਿਕ ਆਰਾਧਨ ਵਿੱਚੋਂ ਆ ਰਹੇ ਸੀਗੇ ਤੇ ਪਹਿਲਾਂ ਪਰਿਵਾਰ ਮੰਨਿਆ ਨਹੀਂ, ਮੁੜ ਕੇ ਜਦੋਂ ਏਜਡ ਹੋ ਗਏ ਤੇ ਪਰਿਵਾਰ ਨੇ ਕਿਹਾ ਵੀ ਚਲੋ ਹੁਣ ਜੇ ਨਹੀਂ ਤੇ ਵਿਆਹ ਕਰਾ ਲਓ। ਫਿਰ ਵਿਆਹ ਕਰਾਉਣ ਦੀ ਬਾਤ ਹੋ ਗਈ। ਉਹਦੇ 'ਚ ਮੁਸ਼ਕਲ ਇਹ ਬਣ ਗਈ ਕਿ ਲੜਕੀ ਵਾਲਾ ਪਰਿਵਾਰ ਕਹੇ ਕਿ ਜਿਵੇਂ ਸਾਡੀ ਆਸਥਾ ਹੈ ਉਵੇਂ ਵਿਆਹ ਹੋਏਗਾ, ਲੜਕੇ ਵਾਲਾ ਆਸ ਕਹਿੰਦੇ ਨਹੀਂ ਜਿਵੇਂ ਸਾਡੀ ਆਸਥਾ ਐਵੇਂ ਹੋਏਗਾ। ਉਹ ਹੋਰ ਮਸਲਾ ਖੜਾ ਹੋ ਗਿਆ ਉਸ ਰੂਪ ਦੇ ਵਿੱਚ। ਅਖੀਰ ਕਾਫੀ ਜ਼ਿਆਦਾ ਉਹਦੇ ਨਾਲ 2-3 ਵਾਰੀ ਡੇਟਾਂ ਫਾਈਨਲਾਈਜ਼ ਕੀਤੀਆਂ, ਡੇਟਾਂ ਵੀ ਅੱਗੇ ਹੁੰਦੀਆਂ ਗਈਆਂ, ਪੋਸਟਪੋਨ ਹੁੰਦੀਆਂ ਗਈਆਂ। ਅਖੀਰ ਫਿਰ ਬਾਤ ਆਈ ਕਿ ਉਹ ਦੋਵਾਂ ਇੰਡੀਵਿਜੂਅਲਸ ਨੂੰ ਪਰਿਵਾਰ ਨੇ ਕਿਸ ਤਰ੍ਹਾਂ ਮਨਾ ਕੇ ਮੇਰੇ ਕੋਲ ਭੇਜਿਆ। ਮੇਰੇ ਕੋਲ ਆਏ, ਬਾਤ ਹੋਈ, ਉਹਨਾਂ ਨੇ ਦੱਸਿਆ। ਮੈਂ ਉਹਨਾਂ ਨੂੰ ਕਿਹਾ ਗੱਲ ਇਹ ਹੈਗੀ ਹੈ ਕਿ
एक मर्यादा कर लो, कोई कर लो, है नहीं मन। वो कहते जी नहीं जी दोवां परिवारां दी मननी पैनी। मैं उन्होंने क्या गल ये है कि एक तो पहली गल ये है कि विआह होए ते दोबारा विआह होना ये तो वैसे ही वाजिब नहीं गा। जदों एक मर्यादा अदा हो गई दैन डन, क्यों अपने आप नूं सरूप विच पा रहे हैगे हो। पर वो कहते नहीं जी नहीं, साडे ते असल दे च ना जिहड़ियां ने दोवें होणगियां ते सरूप दे च बात होएगी। खैर मैं इस गल ते एग्री ना कीता, वो चले गए। उन्होंने मुड़ के लड़की की माँ की कॉल आई मैनू, कहंदी इस तरीके नाल बात हैगी है भाई साहब जी, सानू तो किसी ने कहा सियाणे ने, मतलब जे इस तरह होया तां ही होएगा बात। मैं कहा जी गल ये है तुहाडा सियाणा, तुहानू बहुत मुबारक, मैं तुहाडा दिल नहीं दुखांदा, ना मैं किसी रूप में बात करदा हाँ। जो गुरमत की बात है वो सच बोलना मैनू मतलब जिहड़ा हैगा उस रूप दे विच चाहीदा हैगा। आखिरकार ये इन्हां दे विवाह दे रिश्ते दे जिहो जी भाव है, भावना है, उहदे मुताबिक इन्हां नूं फल मिलना। बाकी सब जिहड़ियां बाकी चीज़ां ने वो तो सवाए एक बहरूनी मर्यादावां या बहरूनी विखावे तो कुछ भी नहीं गा। खैर वो मन्ने नहीं, उन्होंने दोवें मर्यादावां कीतियां उस तरीके दे नाल, उस ढंग दे नाल। सॉरी टू से शायद 2 वरे भी रिश्ता ना निभया तो कम डन हो गया। आफ्टरवर्ड वो इस एहसास मैं क्या, मैं तुहानूं पहले ही कहा सीगा कि ਇਹਦਾ कोई है नहीं गा कि इत्थों आ मर्यादा कर ली तो आ मर्यादा कर ली। हुण जिहड़ा बाणी का भी आ संदेश है, बाणी ब्रह्मा वेद धर्म दृढ़ो पाप तजाया बलराम जियो। ਇਹਦੇ अर्थ प्रोफैसर साहिब सिंह इस तरह करते हैगे ने कि जिहड़ा साडे वास्ते जिहड़ी बाणी है यही ब्रह्मा का वेद है, यही धर्म का सिंबल है, तो इनू दृढ़ करना हैगा। जे ग्रैमेटिकल वे नाल वेखदे हैं तो बाणी जिहड़ा हैगा ये फैमिनन जेंडर है, इस्त्री लिंग शब्द हैगा। ते जिहड़ा अगे ब्रह्मा वेद या वेद दे दद्दे नूं औंकड़ पई हैगी, ना ये 4 वेदां दी गल आ ते ना इहदे विच खास करके बाणी नूं वेद दे रूप विच बयान कीता गया। हकीकी बात यह है कि लोकी कोई खास उपदेश पढ़ के विआह करदे, कुछ ब्रह्मे दी नेत रीत दे मुताबिक विआह करदे, कुछ वैदिक रीत मुताबिक विआह करदे। गुरु साहब ने जिक्र किया इहदे विच कि रीत कोई भी अपना लो, मौलिक रूप विच गृहस्थ दे धर्म नूं समझो। जो नहीं समझोगे तो फिर ये रीतां कुछ नहीं करनगियां। अगे दा होर वेरवा आएगा। बाणी ब्रह्मा वेद असली धर्म दृढ़ो, ते धर्म दृढ़ का मतलब पाप तजाया बलराम जियो, पाप तजाया ते धर्म दृढ़ना। इनू इस एक डीप लैवल के रंग में देखना। मैं कई बार बिलास विआह के समय भी गल्लां करदा इस रूप दे विच कि मैनू कई बार कुछ कॉल आ जाती है, कई बार इहो जिहे सवालात आ जाते हैं। जिवें सपोज करो कि लोग कहणगे भाई साहब कोकरोच बड़े हो गए ने रसोई दे विच, तुसीं की सलाह देंदे हो, दवाई पा दईए, पैस्ट कंट्रोल वाले नूं कह दईए कि नहीं कह दईए? भाई की दिक्कत आ, जरूर कहो, जरूर गंदगी च रहना है, पाओ दवाई, जिहड़ा है पैस्ट कंट्रोल करो उस रूप दे। भाई साहब पाप तो नहीं लगेगा। हुण पाप की परिभाषा लै ली असी, जिस लैवल ते देखा जाए, मैं बजाते खुद मतलब खेतों के स्प्रे करवा रहा, आप करता रहा उस रूप के। आप अंदाज़ा लाओ जो असी खेतों स्प्रे करते हैं, सपोज करो जे किते 4 एकड़ 5 एकड़ स्प्रे की हैगी तो गिनती नहीं की जा सकती किन्ने करोड़ जी मरे होणगे, किन्ने करोड़, शायद उस तो बाद मरे होण। वो सूंडियां कीड़े सब, ये विवेक है तुहाडा। ये जिहड़ी पाप पुन, जिन्होंने साहब ने कहा पाप पुन दो भई कहावत, मतलब ये कैसियां गल्लां ने। सही रूप में जीवन में देखा जाए, उही लोग जिहड़े मैं देखा कि चूहियां की दवाई पाउण तो परहेजगार ने, नहीं 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 चूहे नहीं मारने, चूहे मारिया पाप लग जाएगा, कॉकरोच मारिया पाप लग जाएगा। कॉकरोच तो दवाई तो नहीं पाते, चूहे तो नहीं मारते, पर जदों किसी का दिल तोड़ देंगे ने, जदों किसी इमोशनस नाल प्ले करते हैं, जदों किसी भावनावां तोड़ते हैं। विवाहता जीवन का सब तो वड्डा जिहड़ा धर्म है वह हैगा वफा एक दूजे दे नाल, टू बी लॉयल टूवर्ड ईच अदर फ्रॉम द ईच एंड एवरी स्टैप ऑफ योर लाइफ। ये जिहड़ी जिन्हों मन करके बचन करके कर्म करके एक दूजे नाल वफा करने, इत्थे बंदा निभण लई तैयार नहीं गा। इनू साहब ने कहा यह है विवाह जीवन का असल विच धर्म, जिन्हों बाबा कबीर जी ने कहा सीगा, कबीर जो ग्रह करें तो धर्म कर, ना ही तो कर बैराग। जे विवाह च जाना ही तो फिर वफा करी, ऐसा ना होए उत्थे भी चला जाए तो उत्थे वफादार ना बन सके, उत्थे उस रूप उस चीज़ नूं ना निभा सके। सो ये है एक दूजे के प्रति रिस्पैक्टेड बिहेवियर होना, एक दूजे के प्रति लॉयल होना, यह विवाहता जीवन का सब तो उमदा धर्म है। बाकी धर्म तो बाद दीयां गल्लां,
ਇਹ ਜਿਹੜਾ ਧਰਮ ਇਹਦਾ ਨਿਰਵਾਹ ਕਰਨਾ, ਇਹਨੂੰ ਸਾਹਿਬ ਨੇ ਕਿਹਾ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਪਾਪ ਤਜਾਇਆ ਬਲਰਾਮ ਜੀਓ, ਕਿਸੇ ਕਿਸਮ ਦੀ ਡਿਸਲੋਇਲਟੀ, ਕਿਸੇ ਕਿਸਮ ਦੇ ਨਾਲ ਡਿਸਰਿਸਪੈਕਟਫੁਲ ਬਿਹੇਵੀਅਰ ਇੱਕ ਦੂਜੇ ਦੇ ਨਾਲ, ਇਹ ਬਿਲਕੁਲ ਤਜਾ ਦਿੱਤਾ, ਤਿਆਗ ਦੇਣਾ ਹੈ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਿਤ ਨਾਮ ਦ੍ਰਿੜਾਇਆ। ਭਾਰਤੀ ਖਿੱਤਾ ਸਮ੍ਰਿਤੀਆਂ ਦੀ ਵੰਡ ਜਾਂ ਸਮ੍ਰਿਤੀਆਂ ਦੀ ਮਰਿਆਦਾ ਦੇ ਮੁਤਾਬਕ ਘਰ ਪਰਿਵਾਰ ਸਭ ਚਲਾਉਣ ਦੇ ਉੱਤੇ ਮੱਦਾ ਹੀ ਰਿਹਾ। ਜਿਵੇਂ ਸਪੋਜ਼ ਕਰੋ, ਮੈਂ ਇੱਕ ਸਿੰਪਲ ਐਗਜ਼ਾਮਪਲ ਕਰਦਾ ਹੈਗਾ ਕਿ ਸੋਸਾਇਟੀ 'ਚ ਨੋਸ਼ਨ ਹੁੰਦਾ ਹੈਗਾ, ਨੋਸ਼ਨ ਇਹ ਹੁੰਦਾ ਹੈ ਕਿ ਸੀਤਾ ਅਵਤਾਰੀ ਪੁਰਖ ਰਾਮਚੰਦਰ ਤੇ ਸੀਤਾ ਦੀ ਜਿਹੜੀ ਕਹਾਣੀ ਹੈ ਰਮਾਇਣ ਦੇ ਰੂਪ ਦੇ ਵਿੱਚ, ਰਾਵਣ ਉਹਨੂੰ ਉਧਾਲ ਕੇ ਲੈ ਗਿਆ, ਚੱਕ ਕੇ ਲੈ ਗਿਆ। ਕੋਈ 12 ਵਰੇ ਉੱਥੇ, ਕਹਿੰਦੇ 10-12 ਵਰੇ ਰਹੀ ਉੱਥੇ। ਮੁੜ ਕੇ ਰਾਮਚੰਦਰ ਨੇ ਜੰਗ ਕੀਤੀ, ਮਾਰਿਆ, ਉਹਨੂੰ ਲੈ ਆਇਆ ਘਰੇ ਆਪਣੇ। ਹੁਣ ਘਰ ਲੈ ਆਇਆ, ਸਮਾਜ ਜਿਸ ਕਿਸਮ ਦੇ ਨੋਸ਼ਨ ਨਾਲ ਬਣਿਆ ਹੋਇਆ ਹੈ ਉਹਦੇ ਮੁਤਾਬਕ ਸਮਾਜ 'ਚ ਚਰਚਾ ਹੁੰਦੀ ਹੈ। ਕਮਾਲ ਹੈ, ਇਹ ਤੇ ਕਮਲਾ ਹੈ, ਇਹ ਤੇ ਬਗਾਨੇ ਦੇ ਘਰ ਰਹਿ ਕੇ ਆਈ ਤੇ ਆਪਣੇ ਘਰ ਫਿਰ ਪਾ ਲਿਆ ਨੇ ਆ ਕੇ, ਤੇ ਠੀਕ ਨਹੀਂ। ਇਸੇ ਬੋਲ ਦਾ ਮਾਰਿਆ ਹੋਇਆ ਉਹ ਕਹਿੰਦਾ ਵੀ ਤੂੰ ਜਿਹੜਾ ਹੈਗਾ ਆ ਅਗਨ ਦੀ ਪ੍ਰੀਖਿਆ ਦੇ, ਨਹੀਂ ਤੇ ਮੈਂ ਤੈਨੂੰ ਰੱਖ ਨਹੀਂ ਸਕਦਾ। ਘਰੋਂ ਕੱਢਿਆ ਉਹਨੂੰ। ਸਾਡੇ ਆ ਸਾਹਮਣੇ ਸਾਰੀ। ਇੱਥੋਂ ਪਤਾ ਲੱਗਾ ਕਿ ਜਿਹੜੀ ਇੱਕ ਮਰਿਆਦਾ ਬਣਾਈ ਸਮ੍ਰਿਤੀਆਂ ਦੇ ਜਾਂ ਉਸ ਮਰਿਆਦਿਤ ਰੰਗ ਦੇ ਨਾਲ, ਤੇ ਉਹਦੀ ਪ੍ਰਤੀਪਾਲਣਾ ਹੋਣੀ ਹਰ ਹਾਲ ਵਿੱਚ, ਹਰ ਲਾਜ਼ਮੀ ਹੈ, ਜ਼ਰੂਰੀ ਹੈ। ਜਿਹੜੀ ਗੁਰੂ ਸਾਹਿਬ ਨੇ ਆਹ ਬਾਤ ਕੀਤੀ ਨਾ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਿਤ ਨਾਮ ਦ੍ਰਿੜਾਇਆ। ਇੱਥੇ ਨਾਮ ਪ੍ਰਤੀਕ ਹੈ ਤੁਹਾਡੇ ਵਿਵੇਕ ਦਾ, ਤੁਹਾਡੇ ਅੰਦਰਲਾ ਜਿਹੜੀ ਨੂੰ ਗਟ ਫੀਲਿੰਗ ਜਾਂ ਇਨਸਟਿੰਕਟ ਕਹਿੰਦੇ ਆ ਪ੍ਰੋਪਰਲੀ। ਬੰਦਾ ਆਪਣੇ ਆਪ ਨੂੰ ਐਜੂਕੇਟ ਕਰੇ, ਵਿਵੇਕਸ਼ੀਲ ਰਹੇ, ਵਕਤ ਅਤੇ ਸਮਾਜ ਦੇ ਮੁਤਾਬਕ ਉਸ ਰੂਪ ਵਿੱਚ ਫੈਸਲੇ ਕਰੇ। ਮੈਂ ਫੈਮਿਲੀ ਕਾਉਂਸਲਿੰਗ ਨਹੀਂ ਬਹੁਤੀ ਕਰਦਾ ਕਿਉਂਕਿ ਬੜਾ ਕਾਂਡੋ ਕਲੇਸ਼ ਹੁੰਦਾ, ਬੜਾ ਸਿਆਪਾ ਹੁੰਦਾ ਇਸ ਰੂਪ ਦੇ ਵਿੱਚ, ਐਨਰਜੀ ਵੇਸਟਿੰਗ ਬਹੁਤ ਹੁੰਦੀ। ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਯੰਗ ਫੈਮਿਲੀ ਮੇਰੀ, ਸੋ ਆਈ ਹੈਵ ਸੋ ਮੈਨੀ ਥਿੰਗਸ ਟੂ ਡੂ ਇਸ ਰੂਪ ਦੇ ਵਿੱਚ। ਮਗਰ ਹਕੀਕਤ ਇਹ ਹੈ ਕਈ ਵਾਰ ਇਸ ਕਿਸਮ ਦਾ ਮੁਫਾਦ ਬਣ ਜਾਂਦਾ ਹੈਗਾ। ਉਹ ਸਾਡੇ ਇੱਥੇ ਇੱਕ ਭੈਣ ਜੀ ਹੈਗੇ ਨੇ, ਉਹਨਾਂ ਦੇ ਨਾਲ ਕੋ ਵਰਕਰ ਸੀ, ਉਹਨਾਂ ਦੇ ਨਾਲ ਕੰਮ ਕਰਦੀ ਸੀ ਲੜਕੀ, ਤੇ ਉਹ ਮੇਰੇ ਕੋਲ ਉਹਨੂੰ ਕਾਲ ਆਈ, ਕਹਿੰਦੀ ਹੈਲਪ ਕਰੋ ਪਲੀਜ਼। ਇਹ ਨਾ ਇਹ ਮਤਲਬ ਬੜੀ ਹਸਮੁਖ ਸੀਗੀ, ਬੜਾ ਕੁਛ ਸੀਗਾ, ਹੁਣ ਰੋਈ ਜਾਂਦੀ ਹੈ, ਡਿਪਰੈਸ਼ਨ ਜਾ ਰਹੀ ਹੈ, ਡਿਪਰੈਸਡ ਹੋ ਚੱਲੀ ਹੈ, ਸਾਰੀ ਬਾਤ ਹੋ ਗਈ। ਮੈਂ ਕਿਹਾ ਕੋਈ ਗੱਲ ਨਹੀਂ, ਬੁਲਾਇਆ, ਮੈਂ ਮੇਰੇ ਕੋਲ ਆਏ, ਗੱਲਬਾਤ ਹੋਈ। ਕੀ ਹੋਇਆ? ਕਹਿੰਦੀ ਹੋਣਾ ਕੀ ਹੈ ਜੀ, ਜਿਹੜਾ ਮੇਰਾ ਘਰ ਵਾਲਾ ਉਹ ਸ਼ੱਕ ਹੀ ਕਰੀ ਜਾਂਦਾ ਮੇਰੇ ਤੇ, ਬਸ ਇਸ ਗੱਲ ਤੇ ਹੈ, ਰੋਜ਼ ਹੀ ਕਲੇਸ਼ ਹੈ, ਰੋਜ਼ ਹੀ ਝਗੜਾ ਹੈਗਾ। ਅੱਛਾ, ਸ਼ੱਕ ਕਿਸ ਗੱਲ ਦਾ ਹੈਗਾ? ਉਹ ਕਹਿੰਦਾ ਕਿ ਤੂੰ ਬਾਹਰ ਜਾਨੀ ਹੈ, ਤੂੰ ਬੰਦੇ ਦੇ ਨਾਲ ਇਸ ਰੂਪ, ਇਸ ਕਿਸਮ ਦੀ ਬਾਤ, ਸਾਰੀ ਬਾਤ ਹੋਈ। ਅੱਛਾ, ਜਦੋਂ ਸਾਰੀ ਬਾਤ ਸੁਣੀ, ਮਤਲਬ ਤੁਹਾਡੇ ਅੰਦਰ ਅਹਿਸਾਸ ਹੁੰਦਾ ਇੱਕ ਪਲ ਦੇ ਵਿੱਚ ਇਸ ਕਿਸਮ ਦੇ ਨਾਲ। ਅੱਛਾ, ਕਿਹੜੀ ਜਗ੍ਹਾ ਤੇ ਜੰਮੀ ਪਲੀ ਹੈ, ਕਿਹੋ ਜਿਹਾ ਤੇਰਾ ਪਿਛੋਕੜ ਹੈ, ਕਿਸ ਨੇ ਪੜ੍ਹਾਈ ਕੀਤੀ ਹੈ, ਕਿਸ ਤਰੀਕੇ ਨਾਲ ਕਿਹੋ ਜਿਹਾ ਵਿਆਹ ਹੋਇਆ, ਸਾਰੀ ਗੱਲਬਾਤ ਉਸ ਰੂਪ ਵਿੱਚ ਹੋਈ। ਮੈਂ ਕਿਹਾ ਠੀਕ ਆ, ਮੈਂ ਆਪਣਾ ਕਾਰਡ ਦੇਤਾ, ਮੈਂ ਕਿਹਾ ਉਹਨੂੰ ਕਿ ਮੈਨੂੰ ਕਾਲ ਕਰੇਗਾ। ਉਹ ਖੈਰ ਉਹਨੇ ਕਾਲ ਕਰ ਦਿੱਤੀ। ਹਾਂਜੀ, ਕਹਿੰਦਾ ਭਾਈ ਸਾਹਿਬ ਤੁਹਾਨੂੰ ਨਹੀਂ ਪਤਾ। ਮੈਂ ਕਿਹਾ ਤਾਂ ਹੀ ਤੇ ਮੈਂ ਤੁਹਾਨੂੰ ਬੁਲਾ ਰਿਹਾ, ਮੇਰੇ ਕੋਲ ਆਏ ਥੇ, ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਵਾਂ। ਉਹ ਖੈਰ ਆ ਗਏ ਦੋਨੋਂ ਜਣੇ, ਗੱਲਬਾਤ ਕੀਤੀ। ਜੀ ਮੈਂ ਇਹਨੂੰ ਨਾ ਜਿਹੜਾ ਹੈਗਾ ਆ ਇੱਕ ਵਾਰੀ ਇਹਦੇ ਫੋਨ ਦੇ ਵਿੱਚ ਫਲਾਣੇ ਬੰਦੇ ਦਾ ਇੱਕ ਫੋਨ ਦੇਖਿਆ ਸੀਗਾ, ਆਹ ਚੀਜ਼ ਦੇਖੀ ਜਿਸ ਤਰੀਕੇ ਨਾਲ। ਮੈਂ ਕਿਹਾ ਅਜੀਬ ਦਸ਼ਾ ਹੈ, ਕੀ ਹਾਲਤ ਆ। ਇੱਥੋਂ ਦੇ ਸਮਾਜ ਦੀ ਬੰਤਰ ਨੂੰ ਦੇਖੋ ਤੁਸੀਂ, ਉਹ ਬਾਹਰ ਆਫਿਸ ਵਿੱਚ ਕੰਮ ਕਰਨ ਜਾ ਰਹੀ ਹੈ, ਸਾਰਾ ਕੁਝ ਉਸ ਰੂਪ ਦੇ ਵਿੱਚ ਆ। ਇਸ ਤਰ੍ਹਾਂ ਥੋੜਾ ਦੂਜੀ ਲਾਮ ਵਿੱਚ ਜਾ ਕੇ ਦੀ ਵਿਆਖਿਆ ਹੋਰ ਮਿਲੇਗੀ ਆਪ ਜੀ। ਮਤਲਬ ਹਰ ਵੇਖ ਹੈ ਰਾਮ ਹਦੂਰੇ, ਜਦੋਂ ਦੀ ਗੱਲ ਆਉਣੀ ਦੂਜੀ ਲਾਮ ਦੇ ਵਿੱਚ, ਉਹਦੀ ਸਾਹਿਬ ਅਹਿਸਾਸ ਕਰਾਉਂਦੇ ਕਿ ਤੁਸੀਂ ਇੱਕ ਦੂਜੇ ਦੇ ਵਿਸ਼ਵਾਸ ਵਿੱਚ ਜੀਓਗੇ, ਬਾਕੀ ਨਹੀਂ ਜੀ ਨਹੀਂ। ਮੈਨੂੰ ਅਸਲ 'ਚ ਬਾਤ ਨਿਕਲ ਕੇ ਉਹਦੇ ਮੂੰਹ 'ਚੋਂ ਬਾਹਰ ਆ ਗਈ। ਕਹਿੰਦੇ ਜੀ ਮੈਨੂੰ ਮੇਰੇ ਜਿਹੜੇ ਨੇ ਨਾਲ ਕੰਮ ਕਰਨ ਵਾਲੇ ਬੰਦੇ ਉਹ ਕਹਿੰਦੇ ਨੇ ਵੀ ਜਨਾਨੀ ਨੂੰ ਥੋੜਾ ਕੰਟਰੋਲ 'ਚ ਰੱਖਣਾ ਚਾਹੀਦਾ ਹੈਗਾ, ਇਸ ਤਰੀਕੇ ਨਾਲ ਹੋਣਾ ਚਾਹੀਦਾ, ਇਸ ਕਿਸਮ ਦੇ ਨਾਲ। ਮੈਂ ਕਿਹਾ ਉਹ ਆਪਣੇ ਅਹਿਸਾਸ ਕਰ, ਆਲਾ ਦੁਆਲਾ ਦੇ ਪਤਾ ਨਹੀਂ ਕੀ ਕੁਝ ਫੀਡ ਕਰੀ ਜਾਂਦਾ ਹੈਗਾ। ਤੇਰੇ ਪਰਿਵਾਰ ਦੀ ਸਿਚੁਏਸ਼ਨ ਤੈਨੂੰ ਪਤਾ ਹੋਣੀ ਚਾਹੀਦੀ ਹੈ, ਨਾ ਕਿ ਆਲੇ ਦੁਆਲੇ ਨੂੰ ਤੂੰ ਰੋਜ਼ ਰਹਿਣਾ। ਤੈਨੂੰ ਇਹ ਹੈ ਸਿਮਰਿਤ ਨਾਮ ਦ੍ਰਿੜਾਇਆ, ਵਿਵੇਕਸ਼ੀਲ ਹੋ, ਬੀ ਪ੍ਰੈਜ਼ੈਂਟ। ਨਾਮ ਦਾ ਮਤਲਬ ਸਮਝੋ ਕੀ ਹੁੰਦਾ। ਇਹ ਮਤਲਬ ਬੜੀ ਉਸ ਤਰੀਕੇ ਨਾਲ ਗੱਲ ਆ ਰਹੀ ਹੈ ਜਿਹਨੂੰ ਅਸੀਂ ਕਹਿ ਸਕਦੇ ਹੈਗੇ ਕਿ ਬੜੀ ਮੈਟਾਫੋਰਿਕ ਵੇ ਦੇ ਨਾਲ ਨਾਮ ਜਪਣਾ। ਸਪੋਜ਼ ਕਰੋ ਆਪਾਂ ਹੀ ਇੱਥੇ ਬੈਠੀਏ, ਮੈਂ ਕਹਾਂ ਥੋੜੀ ਦੇਰ ਲਈ ਨਾਮ ਜਪਦੇ ਹਾਂ ਬੈਠ ਕੇ, ਚਲੋ ਜੇ ਆਪਾਂ ਸਾਰੇ ਅੱਖਾਂ ਬੰਦ ਕਰੀਏ, ਮੈਂ ਸਤਨਾਮ ਵਾਹਿਗੁਰੂ ਕਰਨ ਲੱਗ ਜਾਂ, ਤੁਸੀਂ ਮੇਰੇ ਪਿੱਛੇ ਬੋਲਣ ਲੱਗ ਜਾਓ, ਅਸੀਂ ਕਹਾਂਗੇ ਨਾਮ ਜਪ ਰਹੇ ਹਾਂ। ਦੈਟ ਇਜ਼ ਨੋਟ ਨਾਮ ਜਪਣਾ। ਨਾਮ ਜਪਣ ਦਾ ਮਤਲਬ ਪਤਾ ਕੀ ਹੈਗਾ? ਬੀ ਪ੍ਰੈਜ਼ੈਂਟ ਹੇਅਰ। ਮੈਂ ਸਤਨਾਮ ਕਹਿ ਰਿਹਾ,
मेरी सुरत भी इत्थे है, मेरा मन भी इत्थे है, मेरा तन भी इत्थे है। टोटली उत्थे हाजिर हो जाना, प्रेजेंट। अपने इस रिश्ते निर्वाहता के रूप दे चले जाने ने। तू बी प्रेजेंट, विवेकशील हो। समाजिक मर्यादा, स्मृति मर्यादा, दूसरी मर्यादा, सब मर्यादावां तेरे विवेक विचों निकलनियां चाहिदियां ने। आले दुआले देखी चों नहीं, विखावे चों नहीं, ना आले दुआले दे जिहड़ा हैगा किसी किस्म दे नाल तैनूं कोई चलाण वाला होए। उहदी बात कीती इहदे विच। क्या धर्म दृढ़ो हर नाम ते आवो, सिमरित नाम दृढ़ाया, सतगुर गुर पूरा आराधो, सब किलविख पाप गवाया। कई बार बाहरों कोई इन्फ्लुएंस नहीं हुंदा, बाहरों सब ठीक हुंदा, किलविख पाप गवाया, बंदे दे अंदर ही पाप बैठा पनपी जांदा, एवें सोची जांदा। मतलब सपोज करो कि पति है पत्नी बारे एवें, पत्नी है पति बारे एवें, अजीब हालत अंदर हर वक्त नफरत अंदर पाली जाए। फिर वो किते ना किते मूँह विचों, बचन विचों, कर्म विचों, एक्ट विचों बाहर निकलेगी। वो सुख का सबब, आनंद का मूल बनने की बजाय कला कलेश का थां बन जाएगा सारे का सारा। इसलिए सतगुर गुर पूरा आराधो। मैं तो बच्चे इत्थों के यंग बच्चे बच्चों की बात करदा, कई बार उन्होंने कहने कि इन टाइम समय रहिंदियां अपनी कोई स्पिरिचुअल लैवल की जिहड़ी है जर्नी शुरू करो। कुछ हर वक्त जिवें आपस में गलबात करनी, किहदी गल करोगे? एक दूजे की दिख दी, लिश्क पुश्क दी, यदि किन्नी क देर कर लोगे? कोई डीप लैवल की कन्वरसेशन भी करया करो। जिंदगी दियां डूंघियां रमजां की समझ रखने वाली वो कित्थों लियावांगे? बाणी की गल करो। गुरु साहब साडे ये दसदे ने, साडा धर्म आ कहिंदा, साडा उपदेश आ कहिंदा, फिलोसफी आ कहिंदी। डीप लैवल दीयां किताबां पढ़ो ताकि जीवन की कुछ उसारी हो सके, गहरे तल ते समझ सको, एक दूजे नूं, एक दूजे की सीरत नूं निहार सको। इत्थे साहब ने जिक्र किया सतगुर गुर पूरा आराधो, ते होएगा कि सब किलविख पाप गवाया। फिर जे किते डीप लैवल ते किलविख कहंदे ने पाप दे बीज नूं, फिर अंदरों बीज ही जिहड़ा हैगा खत्म हो जाएगा। पॉसिबिलिटी नहीं रहेगी किसी के बारे कोई बाहरों आके कहेगा भी ध्यान रखी थोड़ा इस रूप में। वो कहे भाई साहब अपना क्या आप वाचो, तुसी मैनू पता हैगा, मैनू एहसास है मेरा आला दुआला किवें है, मेरा पार्टनर किवें है, मेरी लाइफ किवें चल रही है। सो इस सारे वास्ते अंतरीव भाव दे अपनी उसारी उस रूप में करनी, इहो जे सच्चे संदेश नाल अपने आप नूं फुलफिल करना। सहज आनंद होआ वडभागी, मन हर हर मीठा लाया। सहज आनंद, रिश्तियां दे विचों लोकी काले पै के सुख लभना चाहुंदे ने, रिश्तियां च काले पै के सुख नहीं मिलदा। रिश्तियां च ठहरा टका ते सब तो वध है सहज आनंद, ठहरा, पेशेंस। ये रूपता बंदे दे विच बहुत गहरे तल ते रहनी चाहिदी है। बंदा धीरज रखे। जिवें सपोज करो ये ते विआह दी गल है, विआह तो अगला पड़ाव की है बच्चे। बच्चों दे विच मतलब असी एक दूजे की नक्शता बच्चों चों वेखदे हां, क्योंकि खून साझा करके लिया रहे हैं ना उन्होंने उस रूप दे विच। हुण हुंदा यह है कि सपोज करो मैं सरल भाव में बात करदा, अमेरिका दे उन्होंने एक वैबसाइट जिहड़ी है वो उन्होंने अंडरग्राउंड चल रही सी, फड़ी। ये कोई गल होएगी 2004-5 के नेड़े दी, फड़ी इस रूप दे विच भी हसबैंड वाइफ दो विआह कराया, विआह कराने तो बच्चा हो गया, बच्चा होया मापियां दी रिफ्लैक्शन बच्चे चो आएगी। बच्चा 4 साल का 5 साल का हैगा, वो नोटी है, वो आखी नहीं लगता, वो खांदा नहीं, वो इस रूप नहीं। उन्हें क्या तो मुसीबत बन गई, असी दोनों ना जुदा हो जाना। नहीं नहीं साड़ी नहीं बननी, नहीं नहीं कहते बच्चे का करांगे, तू पाल ला। कहते नहीं 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 मैं तो रह ही नहीं सकता ना, तू पाल ला, फिर मैं भी नहीं रह सकता। फिर आप एक काम करते हैं, इनू अनाथ आश्रम कितने छड्डांगे, वो लैणगे नहीं एवं फॉस्टर केयर दे विच। ਉਹਦੇ 'ਚ ना वैबसाइट के उत्ते इस किस्म के नाल किसी ने डिवेलप की भी बच्चा आया जे किसी ने लेना होए थे। हुण कई मापे होंदे जिन्हां कोल बच्चा नहीं गा उस रूप में, वो कहते ठीक है असीं बच्चा लै लैंदे आ, वो बच्चा लै ले, गोद लै ले गए बच्चे अगां दूजे दे। वो मुड़ के किते जिहड़ा हैगा अथॉरिटीज़ ने वो जिहड़ी सारा नैटवर्क फड़ लिया। वो पता लगा भी बच्चा तुसीं दोनों इंडिविजुअल ठीक हो, जॉब करदे हो, सारा कुछ, तो बच्चा क्यों तुसीं जी जिहड़ा हैगा गिव अवे करता है, इहनूं क्यों मतलब इस तरीके नाल गोद देता किसी नूं? कहंदे नोटी बड़ा सीगा, तंग बड़ा करदा सीगा, इस रूप में करदा सीगा। खैर वो जिहड़ा बच्चा लै गए, उन्होंने बच्चा पालिया। सपोज करो 2004 में ये गल होई होए, 2004 में उन्होंने इस चीज़ नूं फड़िया, बच्चा 2000 दे विच किसी ने जिहड़ा हैगा किसी नूं दे दिता भी लो फड़ो तुसीं बच्चा लै जाओ। उस तो बाद स्टडी चल रही सारा कुछ, मुड़ के एक पत्रकार ने जाके देखा 2000 में पैदा होया बच्चा, 2014 दे विच उन्होंने सारी स्टडी पब्लिश की। 14 दे बच्चा हो गया 14 साल का। जो 14 साल के बच्चे हुण 14 साल का बच्चा वह रंग ढंग भी देखिया, वो एजुकेशन भी चल रही है। हुण 14 वरे का बच्चा जिहड़ा हैगा गालबन 9-10 ग्रेड में जा रहा हैगा।
ਉਹ ਜਦੋਂ ਸਾਰਾ ਕੁਝ ਉਸ ਜਿਹੜੇ ਬੱਚੇ ਜਿਹੜਾ ਨੇ ਗੋਦ ਲੈ ਕੇ ਪਾਲਿਆ ਹੈਗਾ, ਤੇ ਜਦੋਂ ਉਸ ਮਾਂ-ਬਾਪ ਨੂੰ ਜਿਹਨੇ ਕਦੀ ਗਿਵ ਅਵੇ ਕਰਤਾ ਸੀ, ਛੱਡਤਾ ਸੀਗਾ, ਉਹਨਾਂ ਨੂੰ ਜਾ ਕੇ ਦੱਸਿਆ ਵੀ ਉਹ ਬੱਚਾ ਅੱਜ ਸਕੂਲ ਦੇ ਵਿੱਚ ਸਕਾਲਰਸ਼ਿਪ ਲੈ ਰਿਹਾ, ਆਹ ਲੈ ਰਿਹਾ, ਜਾਨ ਨਿਕਲ ਰਹੀ, ਓਏ ਹੋਏ ਹੋਏ, ਇਹ ਤਾਂ ਸਾਡਾ ਬੱਚਾ ਸੀਗਾ, ਇਹ ਕਿਉਂ ਹੋ ਗਿਆ ਇਸ ਰੂਪ ਦੇ ਵਿੱਚ? ਪਰ ਤੁਸੀਂ ਕਿਉਂ ਉਦੋਂ ਦੇਤਾ ਜੀ? ਆਖੇ ਨਹੀਂ ਸੀ ਲੱਗਦਾ। ਹਾਂ, ਕਾਲੇ ਪੈ ਗਏ। ਬੰਦਾ ਕਹਿੰਦਾ ਜਿਵੇਂ ਮਿੱਟੀ ਹੈ ਨਾ, ਮਿੱਟੀ ਨੂੰ ਫਟਾਫਟ ਐਵੇਂ ਗੁੰਨ ਕੇ ਤੇ ਮੈਂ ਇਸ ਤਰੀਕੇ ਨਾਲ ਬਣਾ ਲਵਾਂਗਾ। ਹੈ ਮਿੱਟੀ, ਉਹ ਵੀ ਕਹਿੰਦੇ ਨਾ ਮਿੱਟੀ ਨੂੰ ਗੁੰਨਣਾ ਹੁੰਦਾ, ਪਰ ਬੜੀ ਪੇਸ਼ੈਂਸ ਦੇ ਨਾਲ। ਤੁਸੀਂ ਕਦੀ ਦੇਖਿਆ ਹੋਏ ਕੁਝ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਨੇ। ਸਾਡੇ ਨਾ ਉੱਥੇ, ਮਾਫੀ ਮੰਗਾਂਗਾ 2 ਮਿੰਟ ਸਮਾਪਤੀ ਕਰ ਦੇਣਾ ਮੈਂ, ਸਕੂਲ ਦੇ ਨੇੜੇ ਇੱਕ ਸ਼ਖਸ ਤੰਦੂਰ ਬਣਾਉਂਦਾ ਸੀਗਾ, ਤੇ ਉਹਦੇ ਕੋਲ ਬੜੀ ਬੜੀ ਦੂਰੋਂ ਲੋਕਾਂ ਨੇ ਆ ਕੇ ਤੰਦੂਰ ਦੇ ਆਰਡਰ ਦੇ ਕੇ ਜਾਣੇ। ਤੇ ਉਹ ਕੀ ਹੋਣਾ ਕਿ ਉਹਨੂੰ ਕਹਿਣਾ ਕਿ ਤੰਦੂਰ, ਉਹ ਕਹਿੰਦਾ ਜੀ 2 ਮਹੀਨੇ ਬਾਅਦ ਮਿਲੇਗਾ, 3 ਮਹੀਨੇ ਬਾਅਦ ਮਿਲੇਗਾ। ਅਸੀਂ ਉਹਨੂੰ ਪੁੱਛਿਆ ਵੀ ਬਾਬਾ ਵੀ ਇਹ ਪੈਸੇ ਦੇ ਰਹੇ ਨੇ ਤੈਨੂੰ, ਤੂੰ ਤੰਦੂਰ ਬਣਾ ਕੇ ਸਵੇਰੇ ਦੇ ਲਾਮੇ ਦੇ। ਉਹ ਹੱਸ ਕੇ ਕਹਿੰਦਾ ਬੇਟਾ ਐਵੇਂ ਨਹੀਂ ਬਣਦਾ। ਅਸੀਂ ਕਿਹਾ ਕਿਉਂ? ਕਹਿੰਦਾ ਪਤਾ ਕਿਵੇਂ ਬਣਦਾ? ਅੱਜ ਇੱਕ ਵਾਰ ਦਿੱਤਾ ਉਹਦਾ ਮਿੱਟੀ ਦਾ, ਇਸ ਤਰੀਕੇ ਦੇ ਨਾਲ ਇਹ ਵਾਰ ਸੁੱਕੇਗਾ ਅੱਜ ਪੂਰਾ ਦਿਨ, ਹੋ ਸਕਦਾ ਧੁੱਪ ਨਾ ਨਿਕਲੇ, ਕੱਲ ਵੀ ਪੂਰਾ ਦਿਨ ਨਾ ਸੁੱਕੇ, ਹੋ ਸਕਦਾ ਹਫਤਾ ਸੁੱਕੇ, ਇੱਕ ਹਫਤੇ ਬਾਅਦ ਜਦੋਂ ਪਹਿਲਾ ਸੁੱਕ ਜਾਏਗਾ ਫਿਰ ਦੂਜਾ ਵਾਰ ਆਏਗਾ ਉਹਦੇ ਚ, ਫਿਰ ਉਸ ਤੋਂ ਬਾਅਦ 2 ਹਫ਼ਤੇ ਬਾਅਦ ਤੀਜਾ, ਕਹਿੰਦਾ 3 ਮਹੀਨੇ ਬਾਅਦ ਬਣੇਗਾ ਜਾ। ਮੈਂ ਸ਼ੁਰੂ ਅੱਜ 10 ਵੀ ਕਰ ਸਕਣਾ, 12 ਵੀ ਕਰ ਸਕਣਾ, ਪਰ ਬਣੇਗੇ 2-2.5 ਮਹੀਨਿਆਂ ਦੇ ਵਿੱਚ ਜਾ ਕੇ। ਐਗਜ਼ੈਕਟਲੀ ਤੁਸੀਂ ਦੇਖੋ, ਰਿਸ਼ਤੇ ਨੇ, ਰਿਸ਼ਤਿਆਂ ਤੋਂ ਬਾਅਦ ਬੱਚੇ ਨੇ, ਇੱਕ ਦਿਨ ਹੀ ਥੋੜਾ ਉਸਰ ਜਾਣਗੇ। ਅਸੀਂ ਪੇਸ਼ੈਂਸ ਲੂਜ਼ ਕਰ ਜਾਂਦੇ ਹਾਂ। ਬੜੀ ਆਨੰਦਤ ਅਵਸਥਾ ਹੈ। ਮਹਾਰਾਜ ਕਹਿੰਦੇ ਇਹ ਕੋਈ ਇਹ ਨਹੀਂਗਾ, ਇਹ ਪਰ ਤੁਹਾਡੇ ਸਹਿਜ ਆਨੰਦ ਹੋਆ ਵੱਡ ਭਾਗੀ। ਵੱਡਿਆਂ ਭਾਗਾਂ ਵਾਲਿਆਂ ਨੂੰ ਸਮਝ ਆਉਂਦੀ ਹੈ, ਉਹਨਾਂ ਨੂੰ ਇਹ ਸਹਿਜ ਮਿਲਦਾ ਜੀਵਨ ਦੇ ਵਿੱਚ। ਮਨ ਹਰ ਹਰ ਮੀਠਾ ਲਾਇਆ, ਉਹਨਾਂ ਵਾਸਤੇ ਰਿਸ਼ਤਾ ਕੋਈ ਸਿਰਦਰਦੀ ਨਹੀਂ, ਜੂਨ ਕੱਟਣੀ ਨਹੀਂ, ਉਹਨਾਂ ਨੂੰ ਰੱਬ ਦੀ ਬਖਸ਼ਿਸ਼ ਲੱਗਦੀ ਏ। ਉਹਨਾਂ ਨੂੰ ਇਹ ਚੀਜ਼ਾਂ ਰੱਬ ਦੇ ਰਾਹ ਦੇ ਉੱਤੇ ਉਹਦੀ ਰਜ਼ਾ ਵਿੱਚ ਚੱਲਣਾ ਮਿੱਠਾ ਲੱਗਦਾ ਉਹਨਾਂ ਨੂੰ, ਉਹ ਇਹਨੂੰ ਇਸ ਰੂਪ ਵਿੱਚ ਅਪਣਾਉਂਦੇ ਨੇ। ਇਸ ਤਰੀਕੇ ਨਾਲ ਫਿਰ ਬੰਦਾ ਉਸ ਚੀਜ਼ ਨੂੰ ਜਿਹੜਾ ਹੈਗਾ ਆਪਣੇ ਅੰਦਰ ਡਾਈਜੈਸਟ ਕਰਦਾ, ਆਪਣੇ ਅੰਦਰ ਹਜਮ ਕਰਦਾ ਹੈਗਾ। ਹਰ ਹਰ ਮੀਠਾ ਲਾਇਆ ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਤੇ ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਜਿਹੜਾ ਸਿਰਫ ਆਰੰਭਤਾ ਹੈ। ਇਹ ਖੁਸ਼ੀ ਦਾ ਥ੍ਰੈਸ਼ਹੋਲਡ ਨਹੀਂ, ਇਹ ਖੁਸ਼ੀ ਦੀ ਕੋਈ ਅੰਤਮ ਟਿਕਾਣਾ ਨਹੀਂ, ਇਹ ਤੇ ਸ਼ੁਰੂਆਤ ਹੈ ਜੀ। ਇਸ ਤੋਂ ਬਾਅਦ ਅਗਲੇ ਪੜਾਵਾਂ ਦੇ ਵਿੱਚ ਰਿਸ਼ਤੇ ਦੇ ਅੰਦਰ ਕਿਸ ਕਿਸਮ ਦੀ ਉਸਾਰੀ ਤੇ ਸਭ ਚੀਜ਼ਾਂ ਨੇ, ਉਹਦੀ ਬਾਤ ਆਉਂਦੇ ਸਮੇਂ ਚਲਾਵਾਂ ਦੇ ਪਾਠ 'ਚ ਕਰਾਂਗੇ। ਅੱਜ ਵਾਸਤੇ ਭੁੱਲਾਂ ਗਲਤੀਆਂ ਲਈ ਮਾਫੀ। ਸਮਾਪਤੀ ਇੱਥੇ ਕਰਦੇ ਹਾਂ। ਭਾਈ ਸਾਹਿਬ ਸਮਾਪਨ ਕਰਾਉਣਗੇ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ।